ਸ਼ਰਦਾ ਦੇ ਫੁੱਲ ਚੜਾਉਣ ਲੱਗੇ। ਕੱਲੇ ਅੰਦੋਲਨ ਦੇ ਨਾਲ ਹੀ ਨਹੀਂ ਜੁੜੀ ਹੋਈ ਮੈਂ ਬਹੁਤ ਛੋਟੀ ਉਮਰ ਤੋਂ ਮਤਲਬ 7th 8th ਕਲਾਸ ਤੋਂ ਲੋਕਾਂ ਦੀਆਂ ਸਟੇਜਾਂ ਤੇ ਨਾਟਕ ਅਸੀਂ ਕਰਦੇ ਰਹੇ ਪਹਿਲਾਂ। ਹਾਲਾਂਕਿ ਪਰਿਵਾਰ ਉੱਥੇ ਹੀ ਹੈ ਅੱਜ ਵੀ, ਪਰ ਮੈਂ ਪਰਿਵਾਰ ਦੇ ਵਿੱਚੋਂ ਇਕੱਲੀ ਹਾਂ। ਪਰਿਵਾਰ ਚੋਂ ਲੜ ਕੇ ਭਿੜ ਕੇ ਘਰੋਂ ਫਿਰ ਵੀ ਬਾਹਰ ਆਈਦਾ। ਹੋ ਕਿੰਨਾ ਚਿਰ ਤੱਕ ਜ਼ੁਲਮ ਉਹਨਾਂ ਨੇ ਜਰਨਾ ਸੀ, ਅੰਤ ਕੜਾ ਪਾਪਾਂ ਦਾ ਇੱਕ ਦਿਨ ਭਰਨਾ ਸੀ। ਬਾਪੂ ਦਿੱਲੀ ਜਿੱਤਣ ਤੁਰਿਆ ਜਿਸ ਵੇਲੇ, ਹੱਥ ਵਿੱਚ ਖੁੰਡਾ ਮੋਢੇ ਉੱਤੇ ਭਰਨਾ ਸੀ। ਅਸੀਂ ਵਿਲੱਖਣ ਕਰ ਰਹੇ ਹਾਂ ਔਰ ਅਸੀਂ ਜਿੰਨਾ ਵੀ ਕੰਮ ਕਰਕੇ ਜਾਵਾਂਗੇ, ਮੈਂ ਦਾਅਵੇ ਨਾਲ ਕਹਿਣਾ ਕਿ ਦੁਨੀਆ ਤੇ ਪੈੜ ਐਸੀ ਛੱਡ ਕੇ ਜਾਵਾਂਗੇ ਕਿ ਲੋਕ ਸਾਨੂੰ ਯਾਦ ਕਰਨਗੇ। ਜੇ ਕੋਈ ਬੱਚਾ ਭਗਤ ਸਿੰਘ ਦੇ ਦਿਖਾਲੇ ਰਾਹ ਤੇ ਚੱਲਣਾ ਚਾਹੁੰਦਾ ਆ, ਜੇ ਕੋਈ ਬੱਚਾ ਸ਼ਹੀਦ ਊਧਮ ਸਿੰਘ ਦੇ ਰਾਹ ਦੇ ਉੱਤੇ ਚੱਲਣਾ ਚਾਹੁੰਦਾ ਆ, ਉਹਨੂੰ ਥੋੜਾ ਜਿਹਾ ਰਸਤਾ ਤਾਂ ਪ੍ਰੋਵਾਈਡ ਕਰੋ, ਹੈ ਨਾ। ਤੁਸੀਂ ਉਹਨਾਂ ਵੱਲ ਵੀ ਧਿਆਨ ਦਿਓ। ਕਿ ਜਿਵੇਂ ਅੱਜ ਕੱਲ੍ਹ ਚੱਲਦੇ ਗੁਰਲੇਜ਼ ਅਖਤਰ ਜਿੱਦਾਂ ਦੇ ਗਾਣੇ ਗਾ ਰਹੀ ਆ, ਯਾਰ ਨੇ ਥੋੜੀ ਗਾ ਰਹੇ ਨੇ, ਤਾਂ ਮੈਨੂੰ ਉਹੋ ਜਿਹੀਆਂ ਆਫਰਾਂ ਆਉਂਦੀਆਂ ਨੇ ਵੀ ਉਹ 1.5 ਲੱਖ ਮੰਗਦੇ ਆ, ਤੂੰ ਲੈ ਲਈ ਮੂੰਹ ਮੰਗੇ ਜਿੰਨੇ ਚਾਹੀਦੇ ਆ। ਪੈਸੇ ਕਮਾਉਣ ਦੇ ਹੋਰ ਵੀ ਤਰੀਕੇ ਆ। ਜਿਹੜੇ ਲੋਕ ਮਜ਼ਦੂਰੀ ਕਰਕੇ ਰੋਟੀ ਖਾਂਦੇ ਉਹ ਵੀ ਤਾਂ ਰੋਟੀ ਖਾਂਦੇ ਆ। ਹੋ ਪੀਐਮ ਭਰਦਾ ਚੌਂਕੀਆਂ, ਅੰਬਾਨੀਆਂ ਦੇ ਦਰਬਾਰ, ਭਗਵਾਂ ਰੰਗ ਦੇਸ਼ ਨੂੰ ਖਾ ਗਿਆ, ਭਗਵਾਂ ਰੰਗ ਦੇਸ਼ ਨੂੰ ਖਾ ਗਿਆ। ਸਾਡੀ ਹੋਈ ਸੋਚ ਬਿਮਾਰ, ਸਾਡੀ ਹੋਈ ਸੋਚ ਬਿਮਾਰ, ਸਾਡੀ ਹੋਈ ਸੋਚ ਬਿਮਾਰ। ਜਦੋਂ ਇਹ ਗੀਤ ਵੀ ਮੈਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇਹ ਗੀਤ ਲਿਖਿਆ ਸੀ ਤੇ ਗਾਇਆ ਸੀ ਇਹ ਗੀਤ, ਉਦੋਂ ਮੇਰੀ ਆਈਡੀ ਵੀ ਮਤਲਬ ਬੈਨ ਕਰਤੀ ਸੀਗੀ। ਔਰ ਜੇ ਤੁਸੀਂ ਚੁੱਪ ਹੋ ਤਾਂ ਚੁੱਪ ਦੀਆਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਣੀ ਆ। ਤੁਸੀਂ ਬੋਲੋ। ਅਸੀਂ ਲੋਕਾਂ ਦੇ ਕਲਾਕਾਰ ਆ, ਅਸੀਂ ਮਰਦੇ ਦਮ ਤੱਕ ਲੋਕਾਂ ਲਈ ਗਾਵਾਂਗੇ। ਅੰਦੋਲਨ ਇਹਦੀ ਆਵਾਜ਼ ਸਿਰਫ ਸੜਕਾਂ ਦੇ ਉੱਤੇ ਨਾਅਰਿਆਂ ਦੇ ਰੂਪ ਦੇ ਵਿੱਚ ਗੂੰਜਦੀ ਨਜ਼ਰ ਨਹੀਂ ਆਉਂਦੀ, ਬਲਕਿ ਇਸ ਅੰਦੋਲਨ ਦੀ ਆਵਾਜ਼ ਜਦੋਂ ਕਲਾ ਦੇ ਰਾਹੀਂ, ਸੁਰੀਲੇ ਬੋਲਾਂ ਦੇ ਰਾਹੀਂ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਤੇ ਇਹ ਅੰਦੋਲਨ ਆਪਣੇ ਸਿਖਰ ਤੇ ਪਹੁੰਚਦਾ ਆ। ਵੈਸੇ ਵੀ ਲੈਨਿਨ ਨੇ ਕਿਹਾ ਸੀਗਾ ਕਿ ਤੁਹਾਡੀ ਨੌਜਵਾਨ ਪੀੜ੍ਹੀ ਦੇ ਬੁੱਲਾਂ ਦੇ ਉੱਤੇ ਗੀਤ ਕਿਹੋ ਜਿਹਾ, ਜੇ ਮੈਨੂੰ ਤੁਸੀਂ ਉਹ ਸੁਣਾ ਦਿਓਗੇ ਤਾਂ ਮੈਂ ਦੱਸ ਦੇਵਾਂਗਾ ਉਹਨਾਂ ਦਾ ਭਵਿੱਖ ਕਿਵੇਂ ਦਾ ਆ। ਇਸ ਸਮੇਂ ਕਿਸਾਨ ਅੰਦੋਲਨ ਸਿਖਰ ਤੇ ਹੈ। ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ ਚਰਚਿਤ ਗਾਇਕਾਂ ਨੇ ਗੀਤ ਗਾਏ ਨੇ, ਜਿਹੜੇ ਬਹੁਤ ਸਾਰੀਆਂ ਥਾਵਾਂ ਦੇ ਵਿੱਚ ਵੱਜਦੇ ਤੁਸੀਂ ਸੁਣੇ ਹੋਣਗੇ, ਪਰ ਕੁਝ ਆਵਾਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਇਸ ਅੰਦੋਲਨ ਨੂੰ ਐਨ ਆਪਣੇ ਰੂਹ ਦੇ ਵਿੱਚ ਵਸਾਈ ਬੈਠੀਆਂ ਨੇ। ਔਰ ਉਹਨਾਂ ਦੇ ਅੰਦੋਲਨ ਦੇ ਗੀਤ ਜਿਹੜੇ ਆ, ਉਹਨਾਂ ਦੇ ਬੋਲ ਜਿਹੜੇ ਆ, ਉਹਨਾਂ ਦੀ ਆਵਾਜ਼ ਜਿਹੜੀ ਹੈ, ਉਹ ਜਦੋਂ ਗੂੰਜਦੀ ਹੈ ਤੇ ਉਹ ਕਹਿੰਦੀ ਹੈ ਕਿ ਚਰਚਿਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਗੱਲ ਦੇ ਨਾਲ, ਕਿਸੇ ਅੰਦੋਲਨ ਦੇ ਨਾਲ ਆਪਣੇ ਆਪ ਨੂੰ ਇੱਕਮਿਕ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੋ ਜਾਂਦਾ। ਤੇ ਅੱਜ ਅਸੀਂ ਮਠੱਡਾ ਕਲਾਂ ਦੇ ਵਿੱਚ ਪਹੁੰਚੇ ਸੀ। ਇਸ ਮਠੱਡਾ ਕਲਾਂ ਦੇ ਵਿੱਚ 250 ਤੋਂ ਵੱਧ ਜਿਹੜੇ ਕਿਸਾਨ ਉਸ ਅੰਦੋਲਨ 'ਚ ਸ਼ਹੀਦ ਹੋਏ ਆ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਔਰ ਸ਼ਰਧਾਂਜਲੀ ਭੇਂਟ ਕਰਨ ਦਾ ਜਿਹੜਾ ਤਰੀਕਾ ਸੀ, ਜਿਹੜਾ ਅੰਦਾਜ਼ ਸੀ, ਗਾਇਕੀ ਦੇ ਰਾਹੀਂ ਇੱਕ ਬੱਚੀ ਹੈ ਗਗਨ, ਔਰ ਉਹ ਆਵਾਜ਼ ਔਰ ਉਸ ਆਵਾਜ਼ ਦੇ ਵਿੱਚ ਜਿਹੜਾ ਸੋਚ ਸੀਗਾ, ਉਹਨੇ ਬਹੁਤ ਸਾਰੇ ਇਸ ਸਮਾਗਮ ਦੇ ਦੌਰਾਨ ਬੈਠੇ ਖੜੇ ਲੋਕਾਂ ਦੇ ਮਨਾਂ ਦੇ ਵਿੱਚ ਧੂ ਪਾਈ ਹੈ ਤੇ ਕਈਆਂ ਦੀਆਂ ਅੱਖਾਂ ਤੱਕ ਭਰ ਆਈਆਂ ਨੇ। ਗਗਨ, ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਦੱਸ ਦਿਓ ਕਿ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ। ਮੈਂ ਇਹੀ ਉਮੀਦ ਰੱਖਦਾ ਕਿ ਇਸ ਸਮੇਂ ਪੜ੍ਹਦੇ ਹੋਵੋਗੇ। ਕਿਹੜੀ ਜਮਾਤ ਦੇ ਵਿੱਚ ਪੜ੍ਹਦੇ ਹੋ ਤੇ ਇਸ ਅੰਦੋਲਨ ਦੇ ਨਾਲ ਜੁੜਾਵ ਕਿਵੇਂ ਬਣਿਆ ਤੁਹਾਡਾ? ਪਹਿਲਾਂ ਤਾਂ ਸ਼ੁਕਰੀਆ ਜੀ ਟੀਵੀ ਪੰਜਾਬ ਦਾ ਜੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ, ਰੂਬਰੂ ਹੋਣ ਦੇ ਲਈ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਦੀ ਹਾਂ। ਮੈਂ MA ਮਿਊਜ਼ਿਕ ਕਰ ਰਹੀ ਹਾਂ। ਮੇਰਾ ਲਾਸਟ ਈਅਰ ਚੱਲ ਰਿਹਾ, ਮੇਰਾ 1 ਮੰਥ ਰਹਿ ਗਿਆ ਜੀ। ਤੇ ਇਸ ਅੰਦੋਲਨ ਦੇ ਨਾਲ ਇਕੱਲੇ ਅੰਦੋਲਨ ਦੇ ਨਾਲ ਹੀ ਨਹੀਂ ਜੁੜੀ ਹੋਈ ਮੈਂ ਬਹੁਤ ਛੋਟੀ ਉਮਰ ਤੋਂ ਮਤਲਬ 7th 8th ਕਲਾਸ ਤੋਂ ਲੋਕਾਂ ਦੀਆਂ ਸਟੇਜਾਂ ਤੇ ਨਾਟਕ ਅਸੀਂ ਕਰਦੇ ਰਹੇ ਪਹਿਲਾਂ ਟੀਮ ਬਣਾ ਕੇ, ਫਿਰ ਗਾਇਕੀ ਆਪਦੇ ਗੀਤ ਵੀ ਉੱਥੇ ਪੇਸ਼ ਕਰਦੇ ਰਹੇ ਹਾਂ ਟੀਮ ਬਣਾ ਕੇ, ਤੇ ਇਕੱਲੀ ਵੀ ਮੈਂ ਸਟੇਜਾਂ ਤੇ ਮਤਲਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਲੋਕਾਂ ਦੀਆਂ ਸਟੇਜਾਂ ਤੇ ਹੀ ਗਾਇਆ, ਲੋਕ ਪੱਖੀ ਹੀ ਗਾਇਆ ਤੇ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ, ਆਗੂ ਦੇ ਤੌਰ ਤੇ ਵੀ ਕੰਮ ਕੀਤਾ, ਅਗਵਾਈ ਵੀ ਕੀਤੀ ਹੈ, ਬੁਲਾਰੇ ਦੇ ਤੌਰ ਤੇ, ਨਾਅਰੇ ਦੇ ਤੌਰ ਤੇ ਜਾਂ ਗੀਤ ਦੇ ਤੌਰ ਤੇ ਹਮੇਸ਼ਾ ਜਿਹੜੀ ਮੇਰੀ ਆਵਾਜ਼ ਆ ਲੋਕਾਂ ਦੇ ਹੱਕ 'ਚ ਉੱਠਦੀ ਰਹਿੰਦੀ।
ਮੰਨ ਕੇ ਜਾਇਆ ਜਾਵੇ ਕਿ ਗੁੜਤੀ ਜਿਹੜੀ ਹੈ ਗਗਨ ਨੂੰ ਉਹ ਕ੍ਰਾਂਤੀ ਦੀ ਮਿਲੀ ਹੈ, ਗੁੜਤੀ ਇਹੋ ਜਿਹੀ ਮਿਲੀ ਹੈ, ਪਰਵਰਿਸ਼ ਇਹੋ ਜਿਹੀ ਮਿਲੀ ਹੈ ਕਿ ਐਵੇਂ ਨਹੀਂ ਇਸ ਅੰਦੋਲਨ ਦੇ ਦਰਮਿਆਨ ਸ਼ਰਧਾਂਜਲੀ ਗਾਉਂਦਿਆਂ ਉਹਦੀ ਹੂਕ ਇਹੋ ਜਿਹੀ ਨਿਕਲਦੀ ਹੈ ਕਿ ਬਹੁਤ ਸਾਰੇ ਦਿਲਾਂ ਦੇ ਵਿੱਚ ਜਿਹੜਾ ਇਹਨੂੰ ਸੁਰਾਖ ਕਰ ਜਾਂਦੀ ਹੈ ਤੇ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ। ਇਹ ਕਾਰਨ ਇਹ ਹੈ ਕਿ ਪਿਛੋਕੜ ਵੀ ਗਗਨ ਦਾ ਇਸੇ ਚੀਜ਼ ਦੇ ਨਾਲ ਜੁੜਿਆ ਹੋਇਆ, ਅੰਦੋਲਨ ਦੇ ਨਾਲ ਜੁੜਿਆ ਹੋਇਆ। ਹਾਂਜੀ, ਪਿਛੋਕੜ ਤਾਂ ਨਹੀਂ ਕਹਿ ਸਕਦੇ, ਮਤਲਬ ਪਰਿਵਾਰ ਦੇ ਵਿੱਚੋਂ ਨਹੀਂ ਕੋਈ ਸੀਗਾ। ਤੇ ਮੇਰੇ ਦਾਦਾ ਜੀ ਸੀ, ਮਤਲਬ ਉਹ ਕਾਮਰੇਡ ਸੀਗੇ, ਪਰ ਉਹਨਾਂ ਦਾ ਮੈਨੂੰ ਪਤਾ ਨਹੀਂ ਸੀਗਾ ਉਦੋਂ ਤੱਕ। ਮੈਂ ਉਸ ਤੋਂ ਪਹਿਲਾਂ ਜੁੜ ਚੁੱਕੀ ਸੀ, ਮੈਨੂੰ ਨਹੀਂ ਸੀ ਪਤਾ ਕਿ ਉਹ ਇੱਦਾਂ ਰਹੇ ਨੇ ਲੋਕ ਲਹਿਰ ਦੇ ਵਿੱਚ, ਮੈਨੂੰ ਉਹਨਾਂ ਦਾ ਨਹੀਂ ਪਤਾ ਸੀ। ਹਾਲਾਂਕਿ ਮੇਰੇ ਬ੍ਰਦਰ ਸੀਗੇ, ਉਹ ਜੁੜੇ ਹੋਏ ਸੀ ਤਰਕਸ਼ੀਲ ਸੁਸਾਇਟੀ 'ਚ, ਉਹਨਾਂ ਨੇ ਹੀ ਨਾਟਕ ਟੀਮ ਬਣਾਈ, ਮੈਂ ਉਹਨਾਂ ਦੇ ਨਾਲ ਮਿਲ ਕੇ ਨਾਟਕ ਟੀਮ 'ਚ ਕੰਮ ਕੀਤਾ। ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਬਾਹਰ ਅੰਦਰ ਜਾਂਦੇ ਆਉਂਦੇ ਰਹੇ, ਹਾਲਾਂਕਿ ਪਰਿਵਾਰ ਉੱਥੇ ਹੀ ਹੈ ਅੱਜ ਵੀ, ਪਰ ਮੈਂ ਪਰਿਵਾਰ ਦੇ ਵਿੱਚੋਂ ਇਕੱਲੀ ਹਾਂ। ਪਰਿਵਾਰ 'ਚੋਂ ਲੜ ਕੇ ਭਿੜ ਕੇ ਘਰੋਂ ਫਿਰ ਵੀ ਬਾਹਰ ਆਈਦਾ, ਫਿਰ ਵੀ ਮਤਲਬ ਸਟਰਗਲ ਕਰ ਰਹੇ ਹਾਂ ਤੇ ਲੋਕਾਂ ਦੀ ਸਟੇਜਾਂ ਤੇ ਜਾ ਕੇ ਗਾਈ। ਇੱਕ ਚੀਜ਼ ਹੋ ਰਿਹਾ ਗਗਨ, ਜਦੋਂ ਪਹਿਲੇ ਪਹਿਲ ਤੁਹਾਨੂੰ ਦੇਖੋ ਨਾ ਤਾਂ ਲੱਗਦਾ ਬਹੁਤ ਛੋਟੀ ਉਮਰ ਦੀ ਆ ਗਗਨ ਨਾ, ਅਜੇ ਤਾਂ ਕੁਝ ਵੀ ਨਹੀਂ ਹੋਣਾ। ਤੇ ਜਦੋਂ ਤੁਸੀਂ ਦੱਸਦੇ ਹੋ ਕਿ ਐਮਏ ਮਿਊਜ਼ਿਕ ਕਰ ਰਹੇ ਹੋ ਤੇ ਫਿਰ ਥੋੜਾ ਜਿਹਾ ਅਚੰਭਿਤ ਤਾਂ ਮੈਂ ਵੀ ਹੋਇਆ ਕਿ ਚਿਹਰੇ ਮੋਰੇ ਤੋਂ ਗਗਨ ਨਹੀਂ ਲੱਗਦੀ ਕਿ ਐਮਏ ਕਰਦੀ ਹੋਈ, ਮੈਨੂੰ ਲੱਗਾ ਕਿ ਕਿਸੇ ਸਕੂਲ ਦੀ ਵਿਦਿਆਰਥਣ ਆ। ਪਰ ਮੈਨੂੰ ਲੱਗਦਾ ਕਿ ਉਹਦੇ ਨਾਲੋਂ ਕਿਤੇ ਬੁਲੰਦ ਤੁਹਾਡੀ ਆਵਾਜ਼ ਹੈ ਤੇ ਮੈਂ ਚਾਹੁੰਦਾ ਹਾਂ ਕਿ ਉਹ ਸ਼ਰਧਾਂਜਲੀ ਦੇ ਬੋਲ, ਮੈਂ ਖੁਦ ਭਾਵੁਕ ਹੋ ਗਿਆ ਸੀ ਉਹਨਾਂ ਨੂੰ ਸੁਣ ਕੇ, ਤੇ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਦੇ ਨਾਲ ਉਹ ਬੋਲ ਜਿਹੜੇ ਆ ਉਹ ਜ਼ਰੂਰ ਸਾਂਝੇ ਕਰੋ ਜਿਸ ਅੰਦਾਜ਼ ਦੇ ਵਿੱਚ ਤੁਸੀਂ ਉਹਨਾਂ ਕਿਸਾਨਾਂ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਅੰਦੋਲਨ ਨੂੰ ਪ੍ਰਣਾਏ ਹੋਏ ਸੀਗੇ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਹਾਂਜੀ ਜ਼ਰੂਰ। ਚੜਨ ਵਾਲਿਓ ਹੱਕਾਂ ਦੀ ਪੇਂਟ ਉੱਤੇ ਤੁਹਾਨੂੰ ਸ਼ਰਦਾ ਦੇ ਫੁੱਲ ਚੜਾਉਣ ਲੱਗੇ, ਤੁਹਾਡੀ ਯਾਦ 'ਚ ਬੈਠ ਕੇ ਦੋ ਘੜੀਆਂ, ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗੇ। ਕਿਆ ਬਾਤ ਹੈ, ਬਹੁਤ ਖੂਬ ਰਿਕਾਰਡ ਕੀਤਾ ਬਕਾਇਦਾ ਮੰਚ ਦੇ ਤੋਂ ਇਸ ਸ਼ਰਧਾਂਜਲੀ ਦੇ ਬੋਲਾਂ ਨੂੰ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਉਹ ਵੀ ਸੁਣਾਇਆ ਜਾਵੇ। ਗਗਨ ਹੁਰੀ ਵੀ ਮੇਰੇ ਨਾਲ ਨੇ, ਔਰ ਇਦਾਂ ਦੀ ਇੱਕ ਆਵਾਜ਼ ਹੋਰ ਹੈ ਜਿਹੜੀ ਇਹਨਾਂ ਅੰਦੋਲਨਾਂ ਨੂੰ ਪ੍ਰਣਾਈ ਹੋਈ ਹੈ। ਉਹ ਵੀ ਜਦੋਂ ਨੌਜਵਾਨ ਗਾਉਂਦਾ ਆ ਤੇ ਲੋਕ ਹਿੱਤਾਂ ਦੀ ਗੱਲ ਕਰਦਾ ਆ, ਅੰਦੋਲਨ ਦੀ ਗੱਲ ਕਰਦਾ ਆ, ਤੇ ਕਦੀ ਵੀ ਉਹਦੇ ਸ਼ਬਦਾਂ ਦੇ ਵਿੱਚ ਉਹ ਕੁਝ ਨਹੀਂ ਆਉਂਦਾ ਜਿਹਦੀ ਅਕਸਰ ਆਲੋਚਨਾ ਕੀਤੀ ਜਾਂਦੀ ਹੈ ਕਿ ਇਸ ਚੀਜ਼ ਨੇ ਭਾਈ ਪੰਜਾਬੀ ਗਾਇਕੀ ਨੂੰ, ਗੀਤਕਾਰੀ ਨੂੰ ਨਿਗਾਰ ਵੱਲ ਲੈ ਆਂਦਾ। ਧਰਮਿੰਦਰ ਮਸਾਣੀ ਹੋਰੀ ਸਾਡੇ ਨਾਲ ਮੌਜੂਦ ਨੇ, ਆਪਾਂ ਇਹਨਾਂ ਦੋਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਰਹਿਣਾ। ਗਗਨ ਜੀ ਤੁਸੀਂ ਉੱਠਣਾ ਨਹੀਂ ਹੈ, ਬੈਠੇ ਰਹਿਣਾ, ਆਪਾਂ ਇਦਾਂ ਹੀ ਗੱਲਬਾਤ ਰਲ ਮਿਲ ਕੇ ਕਰਨੀ ਆ। ਧਰਮਿੰਦਰ ਜੀ, ਆਵਾਜ਼ ਤੇ ਅੰਦਾਜ਼ ਤੁਹਾਡਾ ਵੀ ਇਹਨਾਂ ਅੰਦੋਲਨਾਂ ਨੂੰ ਪ੍ਰਣਾਇਆ ਹੋਇਆ ਆ। ਆਮ ਤੌਰ ਤੇ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਇਹੋ ਜਿਹਾ ਗਾਇਆ ਜਾਵੇ, ਕੁਝ ਇਹੋ ਜਿਹਾ ਸੁਣਾਇਆ ਜਾਵੇ ਕਿ ਰਾਤੋਂ ਰਾਤ ਜਿਹੜੇ ਉਹ ਸਟਾਰ ਬਣ ਜਾਈਏ, ਅਸੀਂ ਰਾਤੋਂ ਰਾਤ ਸਾਨੂੰ ਪ੍ਰਸਿੱਧੀ ਮਿਲ ਜਾਵੇ। ਪਰ ਅੰਦੋਲਨਾਂ ਦੇ ਵਿੱਚ ਗਾਉਣਾ, ਅੰਦੋਲਨਾਂ ਦੇ ਨਾਲ ਚੱਲਦੇ ਰਹਿਣਾ, ਮੇਰਾ ਖਿਆਲ ਹੈ ਕਿ ਇਹ ਤਾਂ ਬੜਾ ਵਿਖੜਾ ਪਿੰਡ ਆ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਤਾਂ ਛੇਤੀ ਕਿਤੇ, ਖਾਸ ਤੌਰ ਤੇ ਜਿਹੜੇ ਕਲਾ ਨਾਲ ਜੁੜੇ ਹੋਏ ਉਹ ਬੰਦੇ ਸੋਚਦੇ ਆ ਕਿ ਨਹੀਂ, ਗਾਇਕੀ ਦਾ ਮਤਲਬ ਹੈ 2 ਗੀਤ ਗਾਓ, ਚਰਚਿਤ ਬੋਲ ਗਾਓ, ਮਸ਼ਹੂਰ ਹੋ ਜਾ, ਬਸ ਉਦੋਂ ਬਾਅਦ ਅਸੀਂ ਸਟਾਰ ਬਣ ਜਾਈਏ। ਪਰ ਇਹ ਔਖੇ ਰਾਹ ਤੇ ਤੁਰਨ ਦਾ ਕਿਉਂ ਨਿਸ਼ਚਾ ਕੀਤਾ? ਬਾਬਾ ਨਜ਼ਮੀ ਜੀ ਦੇ ਸ਼ੇਰ ਤੋਂ ਮੈਂ ਸ਼ੁਰੂਆਤ ਕਰਨੀ ਚਾਹਾਂਗਾ ਕਿ ਦੁਨੀਆ ਨੂੰ ਪਹਿਚਾਣ ਕਰਾਉਣੀ ਜੇ ਆਪਣੀ, ਉੱਡ ਜਰਾ ਥੋੜਾ ਜਿਹਾ ਵੱਖਰਾ ਹੋ ਕੇ ਡਾਰਾਂ ਤੋਂ। ਔਰ ਬਾਈ ਜੀ, ਸ਼ੁਰੂਆਤੀ ਦੌਰ ਦੇ ਵਿੱਚ ਗੁਰਤੀ ਹੀ ਸਾਨੂੰ ਇਦਾਂ ਦੀ ਮਿਲੀ ਆ। ਸਾਡੇ ਬਾਬੇ ਦਾਦੇ, ਸਾਡੇ ਪਰਿਵਾਰ ਸਾਰੇ ਸੰਘਰਸ਼ਾਂ ਦੇ ਪਾਂਧੀ ਸਨ। ਇਹ ਕਾਮਰੇਡ ਪਰਿਵਾਰ ਦੇ ਵਿੱਚੋਂ ਅਸੀਂ ਬਿਲੋਂਗ ਕਰਦੇ ਹਾਂ। ਸਾਡੇ ਦਾਦੇ ਪੜਦਾਦੇ ਜੇਲ੍ਹਾਂ ਕੱਟੀਆਂ, ਉਹਨਾਂ ਨੇ ਐਮਰਜੈਂਸੀ ਦੇ ਵਿੱਚ ਜੇਲ੍ਹਾਂ ਕੱਟੀਆਂ। ਔਰ ਬਾਕੀ ਤੁਸੀਂ ਗੱਲ ਕੀਤੀ ਆ ਜੋ ਅੱਜ ਕੱਲ੍ਹ ਗਾਇਕੀ ਦੇ ਵਿੱਚ ਚੱਲਦਾ ਬਾਈ ਜੀ, ਸਾਨੂੰ ਆਪਣਾ ਆਪ ਪਹਿਲੇ ਨੰਬਰ ਤੇ ਤਾਂ ਇਜਾਜ਼ਤ ਹੀ ਨਹੀਂ ਦਿੰਦਾ ਵੀ ਅਸੀਂ ਇਦਾਂ ਦਾ ਕੁਝ ਕਰੀਏ, ਹੈ ਨਾ। ਨਹੀਂ ਤਾਂ ਜਿਸ ਉਮਰ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਇਹ ਤਾਂ ਜਿਹੜੀ ਚਕਾਚੌਂਧ ਹੈਗੀ ਆ ਇੱਕ ਨੌਜਵਾਨ, ਕਿਸੇ ਵੀ ਨੌਜਵਾਨ ਨੂੰ ਬਹੁਤ ਆਕਰਸ਼ਿਤ ਕਰਦੀ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗਲਤ ਰਾਹ ਅਪਣਾ ਕੇ ਜਾਂ ਗੰਦੀ ਗਾਇਕੀ ਗਾ ਕੇ ਸਫਲ ਗਾਇਆ ਜਾਵੇ। ਜਿਹੜੇ ਰਾਹ ਤੇ ਅਸੀਂ ਚੱਲ ਰਹੇ ਹਾਂ ਔਰ ਗਗਨ ਸਾਡੀ ਭੈਣ ਚੱਲ ਰਹੀ ਹੈ, ਮੈਂ ਸਮਝਦਾ ਕਿ ਇਹ ਸਫਲ ਹੋਣਾ ਜਾਂ ਇਹਦੇ 'ਚ ਅਸੀਂ ਵਿਲੱਖਣ ਕਰ ਰਹੇ ਹਾਂ। ਔਰ ਅਸੀਂ ਜਿੰਨਾ ਵੀ ਕੰਮ ਕਰਕੇ ਜਾਵਾਂਗੇ, ਮੈਂ ਦਾਅਵੇ ਨਾਲ ਕਹਿਣਾ ਕਿ ਦੁਨੀਆ ਤੇ ਪੈੜ ਐਸੀ ਛੱਡ ਕੇ ਜਾਵਾਂਗੇ ਕਿ ਲੋਕ ਸਾਨੂੰ ਯਾਦ ਕਰਨਗੇ। ਤੇ ਮੈਂ ਚਾਹੁੰਦਾ ਕਿ ਚੰਦ ਬੋਲ ਵੀ ਆਪਣੀ ਕਲਾ ਦੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਦਿਓ। ਜੀ ਸਰ, ਹਾਂਜੀ। ਆਪਣੇ ਵੱਲੋਂ ਤਾਂ ਉਹ ਵੱਡੇ ਘਰ ਜਾਂਦਾ ਹੈ,
ਪਰ ਸਮੁੰਦਰ ਵਿੱਚ ਜਾ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ, ਬਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਅੰਗਾਰਾਂ ਤੇ ਕਦਮ ਰੱਖਣਾ, ਅੰਗਾਰਾਂ ਤੇ ਕਦਮ ਰੱਖਣਾ, ਅੰਗਾਰਾਂ ਤੇ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਜਦੋਂ ਤੱਕ ਰਾਤ ਬਾਕੀ ਹੈ, ਜਦੋਂ ਤੱਕ ਰਾਤ ਬਾਕੀ ਹੈ। ਵੈਸੇ ਸਵਾਲ ਬਹੁਤ ਛੋਟਾ ਜਿਹਾ ਨਿਗੂਣਾ ਜਿਹਾ ਕਿ ਜਦੋਂ ਤੁਸੀਂ ਕਹਿੰਦੇ ਕਿ ਕ੍ਰਾਂਤੀ ਦੀ ਰਾਹ ਤੁਰ ਪਏ ਆ ਤੇ ਫਿਰ ਉਹ ਕਮਾਈਆਂ ਦੀ ਗੱਲ ਨਹੀਂ ਕਰਨੀ ਚਾਹੀਦੀ ਆ, ਪਰ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਸਾਡਾ ਪੁੱਤ ਜਵਾਨ ਹੋਇਆ, ਸਾਡੀ ਧੀ ਜਵਾਨ ਹੋਈ ਹੈ ਤੇ ਘੱਟੋ ਘੱਟ ਇਹ ਬੁਢਾਪੇ ਦੀ ਡੰਗੋਰੀ ਬਣੇਗੀ। ਪਰਿਵਾਰ ਕਦੀ ਇਦਾਂ ਦੀ ਉਮੀਦ ਰੱਖਦਾ ਤੁਹਾਡੇ ਕੋਲੋਂ ਕਿ ਭਾਈ ਹੁਣ ਨੌਕਰੀ ਪੇਸ਼ਾ ਕੋਈ ਦੇਖਿਆ ਜਾਵੇ, ਕੋਈ ਕੰਮ ਧੰਦਾ ਦੇਖਿਆ ਜਾਵੇ ਜਿਹਦੇ ਨਾਲ 4 ਪੈਸੇ ਆਉਂਦੇ ਹੋ ਜਾਣ, ਜਾਂ ਪਰਿਵਾਰ ਵੀ ਇਸੇ ਤਰੀਕੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਕ੍ਰਾਂਤੀ ਨਾਲ ਜੁੜਿਆ ਹੈ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ, 4 ਪੈਸੇ ਕਮਾਉਂਦਾ ਆ ਧਰਮਿੰਦਰ ਜਾਂ ਨਹੀਂ ਕਮਾਉਂਦਾ, ਪਰ ਇਹ ਜ਼ਰੂਰ ਹੈ ਕਿ ਹੱਕ ਸੱਚ ਦੀ ਆਵਾਜ਼ ਉਠਾਉਂਦਾ ਰਹੇ। ਬਾਈ ਜੀ ਪਹਿਲੇ ਨੰਬਰ ਤੇ ਬਹੁਤ ਵਧੀਆ ਤੁਹਾਡਾ ਸਵਾਲ ਆ। ਮੈਂ ਥੋੜਾ ਜਿਹਾ ਇਹਨੂੰ ਘੁਮਾ ਕੇ ਮੁੱਦੇ ਤੇ ਆਵਾਂਗੇ ਮੇਨ ਤੇ। ਦੇਖੋ ਜੀ ਕੋਈ ਵੀ ਮਾਂ-ਬਾਪ ਆ ਬਾਈ ਜੀ, ਮਾਂ-ਬਾਪ ਨੂੰ ਹੁੰਦਾ ਕਿ ਸਾਡਾ ਬੱਚਾ ਥੋੜਾ ਸੈਟਲਡ ਹੋਵੇ ਫਾਈਨੈਂਸ਼ੀਅਲ ਤੌਰ ਤੇ, ਜਿੱਦਾਂ ਹੋ ਜਾਵੇ। ਜਿਹੜੀ ਲਾਈਨ ਤੇ ਅਸੀਂ ਚੱਲ ਰਹੇ ਹਾਂ, ਜਿਹੜੀ ਲਾਈਨ ਤੇ ਇਨਕਲਾਬੀ ਗਾਇਕ ਚੱਲ ਰਹੇ ਨੇ, ਉਹ ਲਾਈਨ ਇਹ ਜਿਹੜੇ ਕਮਰਸ਼ੀਅਲ ਫੀਵਰ ਤੋਂ ਜਾਂ ਰੱਖ ਲਓ ਤੁਸੀਂ ਆਰਥਿਕ ਪੱਧਰ ਤੋਂ, ਉਹ ਥੋੜਾ ਜਿਹਾ ਡਾਮਾਡੋਲ ਹੋ ਜਾਂਦਾ ਕੰਮ, ਹਨਾ। ਹਾਂ ਉਹ ਤੁਹਾਡੇ ਸਵਾਲ ਦੇ ਵਿੱਚੋਂ ਹੀ ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਗੱਲ ਲੱਭੀ ਹੈ ਤੁਹਾਡੇ ਬਾਈ ਜੀ। ਦੇਖੋ ਅਸੀਂ ਬੜੇ ਕਠਿਨ ਰਸਤੇ ਤੋਂ ਚੱਲ ਰਹੇ ਹਾਂ। ਬਹੁਤ ਸਾਡੇ ਇਦਾਂ ਦੇ ਕਲਾਕਾਰ ਹੈਗੇ ਨੇ ਜਿਹੜੇ ਗੰਦਾ ਗਾਉਣਾ ਜਾਂ ਇਦਾਂ ਦਾ ਕੁਝ ਐਰਾ ਵਗੈਰਾ ਗਾਉਣਾ ਨਹੀਂ ਪਸੰਦ ਕਰਦੇ ਹੈਗੇ। ਮੇਰਾ ਇੱਕ ਸਵਾਲ ਹੈ ਜੀ, ਸਵਾਲ ਮੇਰਾ ਹੈਗਾ ਜਿਹੜੇ ਵਿਸ਼ਵ ਦੇ ਜਿਹੜੇ ਯੂਰਪੀਅਨ ਜਿਹੜੇ ਪ੍ਰਮੋਟਰ ਹੈਗੇ ਨੇ, ਠੀਕ ਹੈ ਜੀ, ਜਿਹੜੇ ਪ੍ਰਮੋਟਰ ਹੈਗੇ ਨੇ, ਤੁਸੀਂ 1-2 ਗਾਣੇ ਕੋਈ ਸਿੰਗਰ ਗਾਉਂਦਾ ਗੰਦੇ, ਉਹਨੂੰ ਜਿਹੜੇ UK ਅਮਰੀਕਾ ਕੈਨੇਡਾ ਯੂਰਪ ਅਬਰੋਡ ਦੇ ਕੋਈ ਵੀ ਪ੍ਰਮੋਟਰ ਹੈਗੇ ਜਾਂ ਹਨਾ ਸਪਾਂਸਰ ਜਿਹੜੇ ਕਰਦੇ ਹੈਗੇ ਨੇ, ਉਹਨਾਂ ਦੇ ਖਾੜੇ ਲਵਾਉਂਦੇ ਨੇ ਉੱਧਰ ਸੱਦ ਕੇ, ਅਸ਼ਲੀਲ ਗੰਦੇ ਸਟੇਡੀਅਮ ਸਾਰੇ ਭਰ ਜਾਂਦੇ ਨੇ ਉਹਨਾਂ ਦੇ ਆਡੀਅנס ਉਹਨਾਂ ਦਾ। ਦੇਖੋ ਬਾਈ ਜੀ ਮੇਰਾ ਇੱਕ ਸਵਾਲ ਹੈ, ਜੇ ਕੋਈ ਬੱਚਾ ਭਗਤ ਸਿੰਘ ਦੇ ਦਿਖਾਲੇ ਰਾਹ ਤੇ ਚੱਲਣਾ ਚਾਹੁੰਦਾ ਆ, ਜੇ ਕੋਈ ਬੱਚਾ ਸ਼ਹੀਦ ਊਧਮ ਸਿੰਘ ਦੇ ਰਾਹ ਦੇ ਉੱਤੇ ਚੱਲਣਾ ਚਾਹੁੰਦਾ ਆ, ਉਹਨੂੰ ਥੋੜਾ ਜਿਹਾ ਰਸਤਾ ਤਾਂ ਪ੍ਰੋਵਾਈਡ ਕਰੋ, ਹਨਾ। ਤੁਸੀਂ ਉਹਨਾਂ ਵੱਲ ਵੀ ਧਿਆਨ ਦਿਓ। ਬਟ ਮੈਂ ਇਦਾਂ ਨਹੀਂ ਕਹਿੰਦਾ ਕਿ ਹੈ ਨਹੀਂਗੇ ਲੋਕ, ਬਹੁਤ ਲੋਕ ਨੇ ਆਪਣੇ ਸਕਾਟਲੈਂਡ ਦੇ ਵਿੱਚ ਬੈਠੇ ਨੇ, ਕੈਨੇਡਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਤਰਕਿਸ਼ ਸੁਸਾਇਟੀ ਆ ਕਰਾਉਂਦੀ ਹੈਗੀ ਆ ਪ੍ਰੋਗਰਾਮ। ਪਰ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਬਹੁਤ ਦੂਰ ਬੈਠੇ ਹੋ, ਇਸ ਕੋਸਾਂ ਦੂਰ ਤੁਸੀਂ ਬੈਠੇ ਹੋ, ਜਿਹੜੇ ਬੱਚੇ ਅੱਛਾ ਗਾਉਂਦੇ ਨੇ, ਇਨਕਲਾਬੀ ਗਾਉਂਦੇ ਨੇ, ਖਾਸ ਕਰਕੇ ਇਨਕਲਾਬੀ ਜਿਹੜੇ ਗਾਉਂਦੇ ਨੇ, ਦੁਨੀਆ ਭਰ ਦੇ ਵਿੱਚ ਵਸਦੇ ਹੋਏ ਪ੍ਰਮੋਟਰ, ਤੁਸੀਂ ਪਲੀਜ਼, ਇਹ ਬਹੁਤ ਵੱਡਾ ਸਵਾਲ ਹੈ। ਔਰ ਜਦੋਂ ਕਿਤੇ ਇਤਿਹਾਸ ਦੇ ਕਿਸਾਨ ਇਤਿਹਾਸ ਦੇ ਵਿੱਚ ਜਦੋਂ ਸੰਘਰਸ਼ਾਂ ਦੇ ਵਿੱਚ ਕਿਤੇ ਇਤਿਹਾਸ ਲਿਖਿਆ ਜਾਏਗਾ, ਤੁਹਾਡਾ ਨਾਂ ਕਾਲੇ ਅੱਖਰਾਂ ਦੇ ਵਿੱਚ ਦਰਜ ਨਾ ਹੋਵੇ, ਠੀਕ ਹੈ ਜੀ। ਮੇਰੀ ਅਪੀਲ ਹੈ ਉਹਨਾਂ ਨੂੰ ਕਿ ਜਿਹੜੇ ਬੱਚੇ ਟੈਲੈਂਟਡ ਨੇ, ਇਨਕਲਾਬ ਦੇ ਰਾਹ ਤੇ ਚੱਲਦੇ ਨੇ, ਭਗਤ ਸਿੰਘ ਦੇ ਰਾਹ ਤੇ ਚੱਲਦੇ ਨੇ, ਡਾਕਟਰ ਭੀਮ ਰਾਓ ਅੰਬੇਡਕਰ ਦੇ ਰਾਹ ਤੇ, ਬਾਬੇ ਨਾਨਕ ਦੇ ਰਾਹ ਤੇ ਚੱਲਦੇ ਨੇ, ਉਹਨਾਂ ਨੂੰ ਪਲੀਜ਼ ਤੁਸੀਂ ਕੁਛ ਨਾ ਕੁਛ ਉਹਨਾਂ ਬਾਰੇ ਤੁਸੀਂ ਸੋਚੋ, ਜਿਹੜਾ ਕਿ ਅੱਗੇ ਜੇ ਇਨਕਲਾਬ ਗਾਉਣ ਵਾਲੇ ਪੈਦਾ ਹੋਣ, ਨਾ ਕਿ ਉਹ ਗਾਉਣਾ ਛੱਡੇ ਦੇਣ। ਪ੍ਰੋਫੈਸ਼ਨ ਸਾਡੇ, ਹਾਂਜੀ ਜੀ। ਕਿਉਂਕਿ ਕੈਨੇਡਾ ਦੀ ਧਰਤੀ ਤਾਂ ਵੈਸੇ ਹੀ ਗਦਰ ਦੀ ਜਿਹੜੀ ਆ ਉਹ ਪੈਦਾਇਸ਼ ਕਰਦੀ ਹੈ, ਔਰ ਇਸ ਕਰਕੇ ਬਹੁਤ ਉਮੀਦਾਂ ਰੱਖੀਆਂ ਜਾਂਦੀਆਂ ਨੇ ਉਹਨਾਂ ਪ੍ਰਵਾਸੀ ਪੰਜਾਬੀਆਂ ਤੋਂ ਕਿ ਘੱਟੋ ਘੱਟ ਉਸ ਕਲਾ ਨੂੰ ਪ੍ਰਮੋਟ ਕੀਤਾ ਜਾਵੇ ਜਿਹੜੀ ਉਸਾਰੂ ਹੋਵੇ, ਜਿਹੜੀ ਸਮਾਜ ਨੂੰ ਕੁਝ ਵੰਡਦੀ ਹੋਵੇ, ਦਿੰਦੀ ਹੋਵੇ। ਗਗਨ, ਇੱਕ ਚੀਜ਼ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ ਆ ਕਿ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋਏ ਨਾ ਤੁਹਾਡੇ ਸੰਗੀ ਸਾਥੀ, ਇੱਕ ਉਮਰ ਦਾ ਪੜਾਅ ਵੀ ਹੁੰਦਾ ਨਾ, ਉਸ ਉਮਰ ਦੇ ਪੜਾਅ ਦੇ ਵਿੱਚ ਕੁਝ ਗੱਲਾਂ ਉਹ ਚੰਗੀਆਂ ਉੱਦਾਂ ਦੀਆਂ ਲੱਗਦੀਆਂ ਕਿ ਜਿਹੜੇ ਕਹਿ ਸਕਦੇ ਕਿ ਜਵਾਨੀ ਦੀਆਂ ਗੱਲਾਂ ਹੁੰਦੀਆਂ, ਜਦੋਂ ਤੁਸੀਂ ਆਪਣੀ ਮਹਿਫਲਾਂ ਲੱਗਦੀਆਂ ਹੋਣਗੀਆਂ ਦੋਸਤਾਂ ਮਿੱਤਰਾਂ ਦੀਆਂ, ਉੱਥੇ ਜਦੋਂ ਗਾਉਂਦੇ ਹੋਵੋਗੇ, ਕਦੀ ਇਦਾਂ ਨਹੀਂ ਹੋਇਆ ਕਿ ਤੁਸੀਂ ਤਾਂ ਪ੍ਰਣਾਏ ਹੋਏ ਹੋ ਅੰਦੋਲਨ ਨੂੰ, ਤੁਹਾਡੀ ਸੋਚ ਤਾਂ ਬੋਲਦੀ ਹੈ ਕਿ ਇਹਨਾਂ ਜਿਹੜਾ ਕਿਸਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਮੈਂ ਉਹਨਾਂ ਦਾ ਗਾਉਣ ਗਾਵਾਂ, ਤੁਹਾਡਾ ਦਿਲ ਕਰਦਾ ਹੋਵੇਗਾ ਆ ਹੱਕਾਂ ਦੇ ਲਈ ਲੜਦੇ ਲੋਕਾਂ ਦੀ ਗੱਲ ਕਰਾਂ, ਤੁਹਾਡਾ ਦਿਲ ਕਰਦਾ ਹੋਵੇਗਾ ਉਹਨਾਂ ਸ਼ਹੀਦਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਇਸ ਮੁਲਕ ਨੂੰ ਆਜ਼ਾਦ ਕਰਾਇਆ, ਤੇ ਤੁਹਾਡੇ ਸਾਥੀ ਕਹਿੰਦੇ ਹੋਣਗੇ ਨਹੀਂ ਅੱਜ ਦੇ ਦੌਰ ਦਾ ਕੁਝ ਗਾਉਣ ਸੁਣਾਓ, ਅੱਜ ਦੇ ਦੌਰ ਦੀ ਕੋਈ ਗੱਲ ਕਰੋ। ਇਦਾਂ ਦੀਆਂ ਸਥਿਤੀਆਂ ਪੈਦਾ ਹੁੰਦੀਆਂ ਨੇ, ਕਿਉਂਕਿ ਮੈਨੂੰ ਯਾਦ ਹੈ ਇੱਕ ਘਟਨਾ ਯਾਦ ਆ ਰਹੀ, ਇੱਕ ਵਾਰੀ ਪਾਸ਼ ਨਾਲ ਵੀ ਇਦਾਂ ਹੀ ਵਾਪਰਿਆ ਸੀਗਾ, ਤੇ ਉਹ ਪਾਸ਼ ਨੇ ਵੀ ਕਿਹਾ ਸੀਗਾ ਕਿ ਮੈਂ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਨਹੀਂ ਕਰਾਂਗਾ। ਸੋ ਇਦਾਂ ਦੀਆਂ ਸਥਿਤੀਆਂ ਬਣਦੀਆਂ ਨੇ ਕਾਲਜ ਯੂਨੀਵਰਸਿਟੀ ਦੇ ਵਿੱਚ। ਜ਼ਰੂਰ ਬਣਦੀਆਂ ਨੇ ਜੀ, ਬਿਲਕੁਲ ਬਣਦੀਆਂ ਨੇ।
ਇਵਨ ਕਿ ਰਿਕਾਰਡ ਕਰਾਉਣ ਤੱਕ ਦੀਆਂ ਵੀ ਆਫਰਾਂ ਆਉਂਦੀਆਂ ਨੇ ਮਤਲਬ ਕਿਉਂਕਿ ਮੇਰੀ ਆਵਾਜ਼ ਇੱਕ ਖੁੱਲੀ ਆਵਾਜ਼ ਆ ਹਨਾ ਸ਼ਾਇਦ ਮੈਨੂੰ ਇਹ ਸੰਘਰਸ਼ਾਂ ਦੀ ਹੀ ਦੇਣ ਆ ਜਿਹੜੀ ਮੇਰੀ ਆਵਾਜ਼ ਦਾ ਬੁਲੰਦ ਜਿਹੜਾ ਖੁੱਲਾਪਣਾ ਆਵਾਜ਼ ਦਾ ਇਹ ਇੱਕ ਇਹਨਾਂ ਸਟੇਜਾਂ ਦੀ ਹੀ ਮੈਨੂੰ ਦੇਣ ਆ ਠੀਕ ਆ ਤੇ ਉਹ ਆਵਾਜ਼ ਦੇਖ ਕੇ ਮੈਨੂੰ ਲੱਗਦਾ ਮੋਸਟਲੀ ਕੁੜੀਆਂ ਦੀ ਆਵਾਜ਼ ਇਹੋ ਜਿਹੀ ਹੁੰਦੀ ਨਹੀਂਗੀ ਇੰਨੀ ਖੁੱਲੀ ਨਹੀਂ ਹੁੰਦੀ ਉਹ ਦੇਖ ਕੇ ਜਿਵੇਂ ਅੱਜ ਕੱਲ੍ਹ ਚੱਲਦੇ ਗੁਰਲੇਜ਼ ਅਖਤਰ ਜਿੱਦਾਂ ਦੇ ਗਾਣੇ ਗਾ ਰਹੀ ਆ ਯਾਰ ਨੇ ਥੋੜੀ ਗਾ ਰਹੇ ਨੇ ਤਾਂ ਮੈਨੂੰ ਉਹੋ ਜਿਹੀਆਂ ਆਫਰਾਂ ਆਉਂਦੀਆਂ ਨੇ ਵੀ ਉਹ 1.5 ਲੱਖ ਮੰਗਦੇ ਆ ਤੂੰ ਲੈ ਲਈ ਮੂੰਹ ਮੰਗੇ ਜਿੰਨੇ ਚਾਹੀਦੇ ਆ ਮਤਲਬ ਇਹੋ ਜਿਹੀਆਂ ਆਫਰਾਂ ਆਉਂਦੀਆਂ ਰਹਿੰਦੀਆਂ ਹਨਾ ਤਾਂ ਪਰ ਆਪਾਂ ਪਤਾ ਸਾਨੂੰ ਕਿ ਅਸੀਂ ਜਿਹੜੀ ਆਵਾਜ਼ ਆਪਦੀ ਉਹ ਕਿਸ ਕੰਮ ਲਈ ਵਰਤਣੀ ਆ ਠੀਕ ਹੈ ਸਾਨੂੰ ਪਤਾ ਅਸੀਂ ਕੀ ਗਾਉਣਾ ਕੀ ਨਹੀਂ ਗਾਉਣਾ ਠੀਕ ਹੈ ਇਸ ਕਰਕੇ ਸਾਨੂੰ ਪਤਾ ਰਹਿੰਦੀ ਹੈ ਇਹ ਗੱਲ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹੀਦੀ ਆ ਵੀ ਇੱਕ ਟਾਈਮ ਆਊਗਾ ਕਿ ਜਦੋਂ ਇਹੀ ਜਿਹੜੀ ਚੀਜ਼ ਆ ਚੰਗੀਆਂ ਚੀਜ਼ਾਂ ਲੋਕ ਸੁਣਨਗੇ ਤੇ ਅਸੀਂ ਉਹ ਦੌਰ ਲੈ ਕੇ ਆਉਣਾ ਨਾ ਕਿ ਅਸੀਂ ਭੇਡ ਚਾਲ ਦੇ ਵਿੱਚ ਲੱਗਣਾ ਤੇ ਅਸੀਂ ਕਦੇ ਉਹਨਾਂ ਚੋਂ ਨਾ ਤਾਂ ਜੰਮੇ ਆ ਭੇਡ ਚਾਲ ਦੇ ਵਿੱਚ ਲੱਗਣ ਵਾਲੇ ਤੋਂ ਨਾ ਲੱਗਾਂਗੇ ਤੇ ਬਾਕੀ ਮਹਿਫਲਾਂ ਦੀ ਗੱਲ ਮਹਿਫਲਾਂ ਦੇ ਵਿੱਚ ਗਾਉਂਦੇ ਨੇ ਬਹੁਤ ਤਰ੍ਹਾਂ ਦੇ ਗੀਤ ਗਾਉਂਦੇ ਨੇ ਸਟੂਡੈਂਟਸ ਪਰ ਉਹਦੇ ਚੋਂ ਵੀ ਕੁਛ ਨਾ ਕੁਛ ਚੰਗੇ ਸੱਭਿਆਚਾਰਕ ਗੀਤ ਪਏ ਨੇ ਜਿਵੇਂ ਸਤਿੰਦਰ ਸਰਤਾਜ ਦੇ ਗੀਤ ਹੋ ਗਏ ਜਾਂ ਕਮਲ ਹੀਰ ਮਨਮੋਹਨ ਵਾਰਸ ਹੋਰਾਂ ਦੇ ਗੀਤ ਹੋ ਗਏ ਤਾਂ ਮਤਲਬ ਕੁਛ ਇਹੋ ਜਿਹੇ ਚੰਗੇ ਸਿੰਗਰ ਵੀ ਹੈਗੇ ਜਿਹੜੇ ਸਾਹਿਤਕ ਗਾਉਂਦੇ ਆ ਸੱਭਿਆਚਾਰਕ ਗਾਉਂਦੇ ਆ ਤਾਂ ਅਸੀਂ ਉਹਨਾਂ ਦੇ ਗੀਤ ਗਾ ਲਈਦੇ ਆ ਹਾਂਜੀ ਅੱਛਾ ਮਨ 'ਚ ਕਦੀ ਨਹੀਂ ਆਉਂਦਾ ਕਿ ਇਹ ਤਾਂ ਫਿਰ ਜੇ ਆਫਰ ਮਿਲਦੀ ਹੈ ਉਹਦੇ ਨਾਲ ਪੈਸੇ ਵੀ ਮਿਲਣਗੇ ਪ੍ਰਸਿੱਧੀ ਵੀ ਮਿਲੇਗੀ ਤੇ ਕਿਉਂ ਨਾ ਕਿਉਂਕਿ ਪੈਰਲਲ ਨਾਲ ਦੋਨੋਂ ਚੀਜ਼ਾਂ ਚੱਲ ਸਕਦੀਆਂ ਤੁਸੀਂ ਚਰਚਿਤ ਗਾਇਕੀ ਵੱਲ ਵੀ ਜਾ ਸਕਦੇ ਹੋ ਨਾਲ ਕ੍ਰਾਂਤੀ ਵੀ ਗੱਲ ਕਰ ਸਕਦੇ ਹੋ ਕ੍ਰਾਂਤੀ ਦੀ ਗੱਲ ਵੀ ਕਰ ਸਕਦੇ ਹੋ ਸੁਖਾਲਾ ਹੋ ਜਾਂਦਾ ਕਈ ਵਾਰੀ ਜੇ ਥੋੜਾ ਜਿਹਾ ਆਰਥਿਕ ਪੱਖੋਂ ਮਜ਼ਬੂਤ ਹੋਵੋ ਸੁਖਾਲਾ ਹੋ ਜਾਂਦਾ ਜੇ ਚਰਚਿਤ ਹੋਵੋ ਤੇ ਇਦਾਂ ਦੇ ਅੰਦੋਲਨਾਂ ਦੇ ਵਿੱਚ ਧਰਨਿਆਂ ਦੇ ਵਿੱਚ ਜਦੋਂ ਤੁਸੀਂ ਆਉਂਦੇ ਆ ਤੇ ਫਿਰ ਥੋੜੀ ਜਿਹੀ ਪਛਾਣ ਹੋਰ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਮੈਂ ਵੀ ਤੁਹਾਡੀ ਆਵਾਜ਼ ਸੁਣੀ ਤੇ ਮੈਂ ਆਵਾਜ਼ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਿਲਸਿਲਾ ਜਿਹੜਾ ਛੇੜਿਆ ਸ਼ਾਇਦ ਮੇਰੇ ਬਰਾਬਰ ਬੈਠੇ ਸੀ ਮੈਂ ਤਾਂ ਪਛਾਣਿਆ ਵੀ ਨਹੀਂ ਤੁਹਾਨੂੰ ਹਨਾ ਤੇ ਉਹ ਚੀਜ਼ਾਂ ਜਿਹੜੀਆਂ ਲੱਗਦਾ ਨਹੀਂ ਹੈ ਕਿ ਚਰਚਿਤ ਹੋ ਜਾਾਂਗੇ ਤੇ ਅੰਦੋਲਨਾਂ ਦੇ ਵਿੱਚ ਵੀ ਕਿਤੇ ਪੁੱਛ ਪ੍ਰਤੀਤ ਵੱਧ ਜਾਏਗੀ ਉਹ ਚੰਗੀ ਗੱਲ ਹੋ ਜਾਏਗੀ ਨਹੀਂ ਵੀਰੇ ਅਸੀਂ ਸ਼ੁਰੂ ਤੋਂ ਹੀ ਅੰਦੋਲਨਾਂ ਨਾਲ ਜੁੜੇ ਹੋਏ ਆ ਲੋਕ ਪੱਖੀ ਗਾਉਂਦੇ ਆ ਤਾਂ ਸਾਨੂੰ ਪ੍ਰਸਿੱਧੀ ਨਾਲ ਤਾਂ ਕਦੇ ਕੋਈ ਮਤਲਬ ਹੋਇਆ ਹੀ ਨਹੀਂ ਸਾਨੂੰ ਕਦੇ ਲੱਗਿਆ ਨਹੀਂ ਵੀ ਸਾਡੀ ਆਵਾਜ਼ ਜਾਂ ਅਸੀਂ ਵੇਚੀਏ ਜਾਂ ਸਾਨੂੰ ਐ ਨਹੀਂ ਲੱਗਿਆ ਵੀ ਸਾਡੇ 'ਚ ਕੋਈ ਵੱਖਰਾ ਪਾਣਾ ਜੇ ਸਾਡੀ ਆਵਾਜ਼ ਆ ਜਾਂ ਕੁਝ ਵੀ ਆ ਉਹ ਸਾਨੂੰ ਕੁਦਰਤੀ ਜਾਂ ਫਿਰ ਇਹਨਾਂ ਲੋਕਾਂ ਦੀ ਦੇਣ ਆ ਠੀਕ ਹੈ ਸਾਰਾ ਕੁਝ ਸਾਨੂੰ ਲੋਕਾਂ ਦਾ ਦਿੱਤਾ ਹੋਇਆ ਤੇ ਇਸ ਕਰਕੇ ਅਸੀਂ ਉਹਦੇ ਲਈ ਹੀ ਵਰਤਣਾ ਚਾਹੁੰਦੇ ਆ ਪ੍ਰਸਿੱਧੀ ਵਾਲੀ ਗੱਲ ਤਾਂ ਕਦੇ ਦਿਮਾਗ 'ਚ ਆਈ ਨਹੀਂ ਪੈਸੇ ਕਮਾਉਣ ਦੇ ਹੋਰ ਵੀ ਤਰੀਕੇ ਆ ਜਿਹੜੇ ਲੋਕ ਮਜ਼ਦੂਰੀ ਕਰਕੇ ਰੋਟੀ ਖਾਂਦੇ ਉਹ ਵੀ ਤਾਂ ਰੋਟੀ ਖਾਂਦੇ ਆ ਨਾ ਉਹ ਵੀ ਤਾਂ ਮਜ਼ਦੂਰੀ ਕਰਦੇ ਆ ਅਸੀਂ ਵੀ ਇਨਸਾਨ ਆ ਉਹ ਵੀ ਇਨਸਾਨ ਨੇ ਜਦੋਂ ਅਸੀਂ ਆਪਦੇ ਆਪ ਨੂੰ ਹੀਰੋ ਸਮਝਣ ਲੱਗ ਜਾਂਦੇ ਹਾਂ ਜਾਂ ਅਸੀਂ ਆਪਦੀ ਆਵਾਜ਼ ਨੂੰ ਲੈ ਕੇ ਸਾਨੂੰ ਐਂ ਲੱਗਣ ਲੱਗ ਜਾਂਦਾ ਵੀ ਅਸੀਂ ਕੁਝ ਵੱਖਰੇ ਹਾਂ ਲੋਕਾਂ ਨਾਲੋਂ ਅਸੀਂ ਆਪਣੇ ਆਪ ਨੂੰ ਵੱਖਰਾ ਸਮਝਣ ਲੱਗ ਜਾਂਦੇ ਹਾਂ ਉੱਥੇ ਸਾਡੇ 'ਚ ਹੀਰੋਇਜ਼ਮ ਆ ਜਾਂਦਾ ਕਿ ਸ਼ਾਇਦ ਅਸੀਂ ਐਂ ਕਰਕੇ ਪੈਸਾ ਕਮਾ ਸਕਦੇ ਹਾਂ ਸ਼ਾਇਦ ਸਾਨੂੰ ਸਾਡੇ ਹਿੱਸੇ ਐਸ਼ਪ੍ਰਸਤੀ ਨਹੀਂ ਆਈ ਅਸੀਂ ਲਿਆਉਣਾ ਨਹੀਂ ਚਾਹੁੰਦੇ ਉਹ ਚੀਜ਼ ਆਪਦੇ ਹਿੱਸੇ ਕਿਉਂਕਿ ਅਸੀਂ ਉਹ ਦਰਦ ਉਹ ਤਕਲੀਫਾਂ ਲੋਕਾਂ ਦੀਆਂ ਜਾਣਦੇ ਆ ਕਿ ਇੱਕ ਮਜ਼ਦੂਰ ਫੈਮਿਲੀ ਦੇ ਦੁੱਖ ਤਕਲੀਫ ਕੀ ਹੁੰਦੇ ਨੇ ਇੱਕ ਜਿਨ੍ਹਾਂ ਨੂੰ ਸਾਰਾ ਦਿਨ ਸੜਕ ਤੇ ਮਤਲਬ ਭੁੱਖੇ ਮਰ ਕੇ ਰੋਟੀ ਨਹੀਂ ਮਿਲਦੀ ਉਹਨਾਂ ਦੇ ਦੁੱਖ ਤਕਲੀਫ ਕੀ ਹੁੰਦੇ ਨੇ ਅਸੀਂ ਉਹਨਾਂ ਨਾਲ ਜੁੜੇ ਹੋਏ ਆ ਤਾਂ ਕਰਕੇ ਸਾਡੇ ਪ੍ਰਸਿੱਧੀ ਵਾਲੀ ਜਾਂ ਪੈਸੇ ਵਾਲੀ ਗੱਲ ਕਦੇ ਦਿਮਾਗ 'ਚ ਨਹੀਂ ਆਉਂਦੀ ਕਈ ਲੋਕ ਇਸ ਬੱਚੀ ਦੀਆਂ ਗੱਲਾਂ ਸੁਣ ਕੇ ਕਹਿਣਗੇ ਵੀ ਕਿ ਕਿਹੜੀ ਦੁਨੀਆ ਦੇ ਲੋਕ ਨੇ ਅੱਜ ਕੱਲ੍ਹ ਦੀ ਤਾਂ ਨੌਜਵਾਨ ਪੀੜ੍ਹੀ ਖਾਸ ਤੌਰ ਤੇ ਜਿਹਦੇ ਅੰਦਰ ਥੋੜੀ ਬਹੁਤੀ ਕਲਾ ਆ ਉਹ ਤਾਂ ਇਸ ਕੋਸ਼ਿਸ਼ ਦੇ ਵਿੱਚ ਲੱਗੀ ਹੈ ਕਿ ਰਾਤ ਨੂੰ ਮੇਰਾ ਗੀਤ ਰਿਕਾਰਡ ਹੋਵੇ ਰਾਤੋਂ ਰਾਤ ਅੱਧੀ ਰਾਤ ਲੋਕ ਇੰਨੇ ਕੁ ਲਾਇਕ ਇੰਨੇ ਕੁ ਵਿਊ ਦੇ ਦੇਣ ਕਿ ਸਵੇਰੇ ਉੱਠਦੇ ਸਾਰ ਮੈਂ ਸਟਾਰ ਬਣਿਆ ਹੋਵਾਂ ਤੇ ਮੰਜੇ ਤੋਂ ਉੱਤਰ ਕੇ ਜਦੋਂ ਪੈਰੀ ਜੁੱਤੀ ਪਾਵਾਂ ਤੇ ਸਲਾਮਾਂ ਹੁੰਦੀਆਂ ਸ਼ੁਰੂ ਹੋ ਜਾਣ ਤੇ ਇਹ ਨੌਜਵਾਨ ਕਲਾਕਾਰ ਕਹਿੰਦੇ ਆ ਕਿ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਅਸੀਂ ਤਾਂ ਲੋਕ ਹਿੱਤਾਂ ਦੀ ਗੱਲ ਕਰਨੀ ਆ ਲੋਕ ਘੋਲਾਂ ਦੀ ਗੱਲ ਕਰਨੀ ਆ ਤੇ ਉਹਨੂੰ ਹੀ ਅਸੀਂ ਜਿਹੜਾ ਆ ਉਹ ਜਿਉਣਾ ਆ ਤੇ ਉਹਦੇ ਨਾਲ ਹੀ ਜਿਹੜਾ ਆ ਉਹ ਚੱਲਣਾ ਆ ਇਹ ਆਪਣੇ ਆਪ ਦੇ ਵਿੱਚ ਅਲੋਕੈਰ ਗੱਲ ਹੈਗੀ ਆ ਮੈਂ ਧਰਮਿੰਦਰ ਜੀ ਇਹ ਜਿਹੜੀ ਗਗਨ ਹੋਰਾਂ ਨੇ ਗੱਲ ਕਹੀ ਹੈ ਮੈਨੂੰ ਲੱਗਦਾ ਕਿ ਜੇ ਤੁਸੀਂ ਇੱਕੋ ਹੀ ਰੌਂ ਦੇ ਲੋਕ ਹੋ ਇੱਦਾਂ ਹੀ ਇਹਨਾਂ ਧਰਨਿਆਂ ਦੇ ਨਾਲ ਹੀ ਚੱਲਣਾ ਆ ਇਹਨਾਂ ਲੋਕਾਂ ਦੀ ਗੱਲ ਕਰਨੀ ਹੈ ਤੇ ਫਿਰ ਪੈਂਡਾ ਬੜਾ ਵਿਖੜਾ ਹੁੰਦਾ ਹੈ ਇਹੋ ਜਿਹਾ ਕਈ ਵਾਰੀ ਧੱਕੇ ਧੋੜੇ ਵੀ ਖਾਣੇ ਪੈਂਦੇ ਨਿਰਾਸ਼ਾ ਵੀ ਆ ਜਾਂਦੀ ਹੈ ਕਦੀ ਨਿਰਾਸ਼ਾ ਆਈ ਹੈ ਲੱਗਾ ਹੈ ਕਿ ਨਹੀਂ ਥੋੜਾ ਜਿਹਾ ਹਟਣਾ ਚਾਹੀਦਾ ਜਾਂ ਹੁਣ ਤੱਕ ਇਹਨਾਂ ਧਰਨਿਆਂ ਦੇ ਵਿੱਚ ਉਹ ਨਿਰਾਸ਼ਾ ਨੂੰ ਤੁਸੀਂ ਆਪ ਨਹੀਂ ਲਾਗੇ ਲੱਗਣ ਦਿੱਤਾ ਜਾਂ ਨਿਰਾਸ਼ਾ ਕਦੀ ਮਿਲੀ ਨਹੀਂ ਹੈ ਬਾਈ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਜਿੱਦਾਂ ਦੀਆਂ ਸ਼ਖਸੀਅਤਾਂ ਨੂੰ ਪੜ੍ਹਿਆ ਆ ਮੈਂ ਕਹਾਣੀ ਸੁਣੀ ਸੀ ਮੁਲਕ ਬਾਈ ਜੀ ਹੁਣਾਂ ਤੋਂ ਪਾਸ਼ ਬਾਈ ਜੀ ਹੁਣਾਂ ਨੇ ਜਦੋਂ AK-47 ਫਰੰਟ ਦਾ ਪੇਪਰ ਕੱਢਿਆ ਸੀਗਾ ਤਾਂ ਉਹਨਾਂ ਨੂੰ ਪਤਾ ਸੀ ਕਿ ਮੈਨੂੰ ਮਾਰਨਾ ਉਹਨਾਂ ਨੂੰ ਪਤਾ ਸੀਗਾ ਵੀ ਹਾਂ ਮੈਨੂੰ ਇਹਨਾਂ ਨੇ ਮਾਰਨਾ ਆ ਔਰ ਜਦੋਂ ਉਹ ਇੰਡੀਆ ਆਏ ਸੀ ਉਦੋਂ ਵੀ ਉਹਨਾਂ ਨੂੰ ਪਤਾ ਸੀ ਵੀ ਮੈਂ ਜਿੰਦਾ ਸ਼ਾਇਦ ਵਾਪਸ ਨਾ ਆਵਾਂ ਠੀਕ ਹੈ ਨਾ ਦੇਖੋ ਬਾਈ ਜੀ ਡੋਲਣ ਜਾਂ ਧੜਨ ਦੀ ਜਾਂ ਕੋਈ ਇਦਾਂ ਦੀ ਤਾਂ ਕੋਈ ਸੀਨ ਹੈ ਨਹੀਂਗਾ ਹੈ ਨਾ ਸਾਡੇ ਦੇ ਵਿੱਚ ਬਾਕੀ ਰਹਿ ਗਈ ਗੱਲ ਬਾਈ ਦਰਸ਼ਨ ਖਟਕੜ ਉਹਨਾਂ ਦਾ ਅਸੀਂ ਇਤਿਹਾਸ ਪੜ੍ਹਿਆ ਉਹਨਾਂ ਦਾ ਸੰਘਰਸ਼ ਦੇਖਿਆ ਕਿ ਉਹ ਦੇਖੋ 7-8 ਗੋਲੀਆਂ ਉਹਨਾਂ ਦੇ ਲੱਤਾਂ ਦੇ ਵਿੱਚ ਵੱਜੀਆਂ ਥੱਲੇ ਡਿੱਗ ਪੈਂਦੇ ਫਿਰ ਵੀ ਉਹ ਫਾਈਟ ਕਰਦੇ ਆ ਝੰਡਾ ਚੱਕ ਕੇ ਰੱਖਦੇ ਆ ਦੇਖੋ ਜਦੋਂ ਉੱਦਾਂ ਦੀਆਂ ਅਸੀਂ ਲਸਾਨੀ
ਕੁਰਬਾਨੀਆਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਬਹੁਤ ਐਨਰਜੀ ਹੁੰਦੀ ਹੈ ਵੀ ਨਹੀਂ ਯਾਰ ਅਸੀਂ ਇਸ ਰਾਹ ਤੇ ਚੱਲਾਂਗੇ। ਔਰ ਦੂਜੇ ਨੰਬਰ ਤੇ ਕਾਮਯਾਬ ਹੋਣਾ ਜਾਂ ਸਫਲ ਹੋਣਾ ਜਾਂ ਇੱਕ ਲੀਜੈਂਡ ਆਪਣਾ ਨਾਮ ਛੱਡ ਕੇ ਜਾਣਾ, ਇਹ ਵੱਖਰੇ ਵੱਖਰੇ ਰਾਹ ਆ। ਠੀਕ ਹੈ, ਦੇਖੋ ਬਾਈ ਜੀ, ਜੇ ਕਾਮਯਾਬ ਹੋਣਾ ਕੋਈ ਛੋਟਾ ਮੋਟਾ ਬਿਜ਼ਨਸ ਕਰ ਲਾਂਗੇ, ਠੀਕ ਹੈ, ਉਹਦੇ 'ਚ ਅਸੀਂ ਰੋਟੀ ਜੋਗੇ ਪੈਸੇ ਕਮਾਉਣ, ਕਾਮਯਾਬ ਵੀ ਹੋ ਸਕਦੇ ਹਾਂ। ਪੜ੍ਹੇ ਲਿਖੇ ਹਾਂ ਭਾਜੀ, ਵੈਲ ਐਜੂਕੇਟਡ ਹਾਂ, ਡਿਗਰੀ ਹੋਲਡਰ ਹਾਂ ਅਸੀਂ, ਜੇ ਨੈਟਵਰਕਿੰਗ ਵੀ ਕਰਨੀ ਅਸੀਂ ਕਾਮਯਾਬ ਹੋ ਸਕਦੇ ਹਾਂ। ਠੀਕ ਹੈ ਜੀ, ਰੋਟੀ ਜੋਗੇ ਆਪਾਂ ਕਰ ਸਕਦੇ ਹਾਂ। ਪਰ ਜਿਹੜੀ ਸਾਡੀ ਜਿਹੜੀ ਲੜਾਈ ਆ ਜਾਂ ਜੇ ਇਸ ਰਾਹ ਤੇ ਅਸੀਂ ਚੱਲ ਰਹੇ ਹਾਂ, ਉਹ ਇੱਕ ਲੀਜੈਂਡ ਜਾਂ ਕੋਈ, ਅਸੀਂ ਨਹੀਂ ਕਹਿੰਦੇ ਹੈਗੇ ਵੀ ਅਸੀਂ ਬਹੁਤ ਵੱਡੇ ਕੁਛ ਹੈਗਾ ਜਾਂ ਕਿੱਦਾਂ। ਵੈਸੇ ਵੀ ਕਿਸੇ ਫਿਲਮ ਦਾ ਡਾਇਲੌਗ ਸੀ ਮੇਰੇ ਚੇਤੇ 'ਚ ਇੱਕਦਮ ਗੱਲ ਆ ਗਈ, ਉਹ ਕਹਿੰਦੇ ਕਾਮਯਾਬ ਨਹੀਂ ਕਾਬਲ ਬਣੋ, ਕਾਮਯਾਬੀ ਤੁਹਾਡੇ ਮਗਰ ਆਪ ਦੌੜੀ ਆਏਗੀ। ਬਿਲਕੁਲ ਜੀ, ਇਹੀ ਗੱਲ ਹੈ ਜੀ, ਬਿਲਕੁਲ ਇਹੀ ਗੱਲ ਆ। ਬਾਕੀ ਕਾਮਯਾਬ ਹੋਣ ਦੇ ਲਈ ਅਸੀਂ ਛੋਟਾ ਮੋਟਾ ਬਿਜ਼ਨਸ ਵੀ ਸ਼ੁਰੂ ਕਰ ਦੇਣਾ। ਸਾਡਾ, ਅਸੀਂ ਲੋਕਾਂ ਦੇ ਕਲਾਕਾਰ ਹਾਂ, ਅਸੀਂ ਮਰਦੇ ਦਮ ਤੱਕ ਲੋਕਾਂ ਲਈ ਗਾਵਾਂਗੇ। ਔਰ ਜਿੱਥੇ ਮਾੜਾ ਉਹ ਚੀਕ ਵਗੈਰਾ ਦਾ ਕਥਨ ਆ ਕਿ ਜੇ ਕਿਤੇ ਵੀ ਅਨਿਆਂ ਨੂੰ ਦੇਖ ਕੇ ਤੁਹਾਡੇ ਦਿਲ ਦੇ ਵਿੱਚ ਕੋਈ ਤਰਸ ਆਉਂਦਾ ਆ ਜਾਂ ਭਾਵਨਾ ਆਉਂਦੀ ਆ ਤਾਂ ਤੁਸੀਂ ਬਹੁਤ ਮਹਾਨ, ਤੁਸੀਂ ਔਰ ਬਹੁਤ ਅਜ਼ੀਨ ਔਰ ਹਸੀਨ ਲੋਕ ਹੋ। ਠੀਕ ਹੈ ਜੀ, ਔਰ ਸਾਡਾ ਜਦੋਂ ਵੀ ਕਿਤੇ ਅਸੀਂ ਕਿਸੇ ਸੜਕ ਕਿਨਾਰੇ ਕਿਸੇ ਬੱਚੀ ਨੂੰ ਦੇਖਦੇ ਹਾਂ ਜਾਂ ਕਿਤੇ ਕੁਝ ਵੀ ਇਦਾਂ ਦਾ ਕੁਝ ਮਾਨਵਤਾ ਦਾ ਕੁਝ ਇਦਾਂ ਦਾ ਦੇਖਦੇ ਹਾਂ ਤਾਂ ਸਾਨੂੰ ਕਸ਼ਟ ਹੁੰਦਾ ਹੈ ਜੀ। ਅਸੀਂ ਉਸ ਰਾਹ ਤੇ ਚੱਲਦੇ ਹਾਂ ਔਰ ਸਾਨੂੰ ਸਕੂਨ ਮਿਲਦਾ। ਸਾਨੂੰ ਕੋਈ ਦੇਖੋ ਇਦਾਂ ਨਹੀਂਗਾ, ਕੁੱਲ ਮਿਲਾ ਕੇ ਕਹਿ ਲਈਏ ਕਿ ਜਿਉਂਦੇ ਹੋਣ ਦੀ ਵੀ ਨਿਸ਼ਾਨੀ ਹੈ ਨਾ, ਕਿਸੇ ਦੇ ਦੁੱਖ 'ਚ ਤੁਹਾਡੀ ਅੱਖ ਭਰਦੀ ਆ ਮਤਲਬ ਤੁਸੀਂ ਜਿਉਂਦੇ ਹੋ, ਜੇ ਕਿਸੇ ਦੀ ਖੁਸ਼ੀ 'ਚ ਤੁਹਾਨੂੰ ਖੁਸ਼ੀ ਹੁੰਦੀ ਆ ਮਤਲਬ ਤੁਸੀਂ ਜਿਉਂਦੇ ਆ, ਤੇ ਜੇ ਇਹ ਨਹੀਂ ਹੁੰਦਾ ਇਹਦਾ ਮਤਲਬ ਤੁਸੀਂ ਸਰੀਰਕ ਤੌਰ ਤੇ ਤਾਂ ਤੁਰੇ ਫਿਰਦੇ ਆ, ਅਦਰਵਾਈਜ਼ ਅੰਤਰਾਤਮਾ ਤੁਹਾਡੀ ਖਤਮ ਹੋ ਚੁੱਕੀ ਆ। ਮੈਂ ਚਾਹੁੰਦਾ ਕਿ ਕੋਈ ਹੋਰ ਅਲਫਾਜ਼, ਕੁਝ ਹੋਰ ਗੀਤ ਜਿਹੜਾ ਆ ਤੁਸੀਂ ਜੋ ਵੀ ਚਾਹੁੰਦੇ ਹੋ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ, ਉਹ ਸਾਂਝਾ ਕਰੋ। ਹੋ ਕਿੰਨਾ ਚਿਰ ਤੱਕ ਜ਼ੁਲਮ ਉਹਨਾਂ ਨੇ ਜਰਨਾ ਸੀ, ਅੰਤ ਕੜਾ ਪਾਪਾਂ ਦਾ ਇੱਕ ਦਿਨ ਭਰਨਾ ਸੀ। ਬਾਪੂ ਦਿੱਲੀ ਜਿੱਤਣ ਤੁਰਿਆ ਜਿਸ ਵੇਲੇ, ਹੱਥ ਵਿੱਚ ਖੂੰਡਾ ਮੋਢੇ ਉੱਤੇ ਭਰਨਾ ਸੀ। ਲੰਗਰ ਚੱਲਦਾ ਸੀ ਉਸ ਵਿੱਚ ਗੁਰੂ ਨਾਨਕ ਦਾ, ਕਿਆ ਕਿਰਸਾਨਾ ਮਜ਼ਦੂਰਾਂ ਦਾ ਧਰਨਾ ਸੀ। ਜਾਨ ਗਈ ਜੇ ਲੜਦੇ ਹੋਏ ਕੀ ਹੋਇਆ, ਓਏ ਉੱਦਾਂ ਵੀ ਤਾਂ ਆਪਾਂ ਇੱਕ ਦਿਨ ਮਰਨਾ ਸੀ। ਜਾਨ ਗਈ ਜੇ ਲੜਦੇ ਹੋਏ ਕੀ ਹੋਇਆ, ਉੱਦਾਂ ਵੀ ਤਾਂ ਆਪਾਂ ਇੱਕ ਦਿਨ ਮਰਨਾ ਸੀ। ਸੜਕਾਂ ਉੱਤੇ ਨਫਰੀ ਘੁੰਮਦੀ, ਪੈਰ ਪੈਰ ਤੇ ਨਾਕੇ ਨੇ, ਅਥਰੂ ਗੋਲੇ ਵਾਟਰ ਕੈਨਨ ਬਣਿਓ ਰਣ ਦੇ ਖਾਕੇ ਨੇ। ਪਰ ਸੀਨੇ ਦੀ ਅਗਨੀ ਕਹਿੰਦੀ, ਪਰ ਸੀਨੇ ਦੀ ਅਗਨੀ ਕਹਿੰਦੀ ਹੈ ਕਿ ਯੁੱਗ ਪਲਟਾਵਾਂਗੇ। ਨਾ ਫਿਕਰ ਕਰੀ ਪੰਜਾਬ ਸਿਆਂ, ਅਸੀਂ ਜਿੱਤ ਕੇ ਵਾਪਸ ਆਵਾਂਗੇ। ਨਾ ਫਿਕਰ ਕਰੀ ਪੰਜਾਬ ਸਿਆਂ, ਤੈਨੂੰ ਨਾ ਪਿੱਠ ਦਿਖਾਵਾਂਗੇ। ਨਾ ਫਿਕਰ ਕਰੀ ਤੂੰ ਭਗਤ ਸਿਆਂ, ਅਸੀਂ ਜਿੱਤ ਕੇ ਵਾਪਸ ਆਵਾਂਗੇ। ਜਿੱਤ ਕੇ ਵਾਪਸ ਆਵਾਂਗੇ। ਇਹ ਕਾਮਨਾ ਇਸ ਅੰਦੋਲਨ ਦੀਆਂ ਜਿਹੜੀਆਂ ਚੰਗੀਆਂ ਉਮੀਦਾਂ ਰੱਖੀ ਬੈਠੇ ਆ ਇਹਦੇ ਨਤੀਜਿਆਂ ਦੀਆਂ, ਉਹ ਹਰ ਸ਼ਖਸ ਦੇ ਵੱਲੋਂ ਕੀਤੀ ਜਾ ਰਹੀ ਹੈ। ਮੈਂ ਚਾਹੁੰਦਾ ਗਗਨ ਕੁਝ ਹੋਰ ਜ਼ਰੂਰ ਸੁਣਾਓ, ਕਿਉਂਕਿ ਸ਼ਰਧਾਂਜਲੀ ਤਾਂ ਤੁਹਾਡੇ ਵੱਲੋਂ ਸੁਣ ਲਈ ਹੈ, ਕੁਝ ਹੋਰ ਅਲਫਾਜ਼, ਕੁਝ ਹੋਰ ਸ਼ਬਦ ਸਾਂਝੇ ਕਰੋ। ਇੱਕ ਗੀਤ ਵੀਰੇ ਮੈਂ ਲਿਖਿਆ ਸੀਗਾ, ਇੰਨਾ ਹੀ ਮੋਦੀ ਸਰਕਾਰ ਨੂੰ ਸੰਬੋਧਿਤ ਕਰਕੇ ਲਿਖਿਆ ਸੀ। ਇਹਦਾ ਕਾਲੇ ਕਾਰਨਾਮਿਆਂ ਨੂੰ ਮੈਂ ਉਹਦੇ 'ਚ ਗੀਤ 'ਚ ਬਿਆਨ ਕੀਤਾ ਸੀਗਾ। ਉਹ ਗੀਤ ਦੀਆਂ ਮੈਂ 2 ਲਾਈਨਾਂ ਪੇਸ਼ ਕਰਨਾ ਚਾਹਾਂ ਜੀ। ਹੋ ਪੀਐਮ ਭਰਦਾ ਚੌਂਕੀਆਂ, ਅੰਬਾਨੀਆਂ ਦੇ ਦਰਬਾਰ, ਭਗਵਾਂ ਰੰਗ ਦੇਸ਼ ਨੂੰ ਖਾ ਗਿਆ, ਭਗਵਾਂ ਰੰਗ ਦੇਸ਼ ਨੂੰ ਖਾ ਗਿਆ। ਸਾਡੀ ਹੋਈ ਸੋਚ ਬਿਮਾਰ, ਸਾਡੀ ਹੋਈ ਸੋਚ ਬਿਮਾਰ, ਸਾਡੀ ਹੋਈ ਸੋਚ ਬਿਮਾਰਿਓ। ਕਾਲਾ ਧਨ ਉਡੀਕਦੇ ਰਹਿ ਗਏ, ਅਸੀਂ ਖਾਤੇ ਲਏ ਖੁਲਵਾ। ਤੇਰੀ ਰੁਜ਼ਗਾਰ ਯੋਜਨਾ ਪਹੁੰਚ ਗਈ, ਤੇਰੀ ਰੁਜ਼ਗਾਰ ਯੋਜਨਾ ਪਹੁੰਚ ਗਈ। ਦਿੱਤੀਆਂ ਡਿਗਰੀਆਂ ਵੀ ਅੱਗ ਲਾਵੇ, ਅਸੀਂ ਸਿੱਖ ਲੈ ਪਕੌੜੇ ਕੱਢਣੇ ਵੇ, ਅਸੀਂ ਸਿੱਖ ਲੈ ਪਕੌੜੇ ਕੱਢਣੇ। ਤੂੰ ਬਣਾ ਕੇ ਚਾਹ ਲਿਆਵੇ, ਤੂੰ ਬਣਾ ਕੇ ਚਾਹ ਲਿਆਵੇ, ਤੂੰ ਬਣਾ ਕੇ ਚਾਹ ਲਿਆ। ਵਿੱਚੇ ਬੈਂਕ ਘੁਟਾਲੇ ਕਰ ਗਿਆ, ਸਾਨੂੰ ਜਾਤੀ ਧਰਮੀ ਉਲਝਾਵੇ। ਤੂੰ ਦਿੱਤੀ ਪਿਣਕ ਵੀ ਪੈਣ ਨਾ ਵੇ, ਤੂੰ ਦਿੱਤੀ ਬਿਣਕ ਵੀ ਪੈਣ ਨਾ। ਅੰਦਰੇ ਖਿਚੜੀ ਗਿਆ ਪੱਕਾ, ਵਿੱਚੇ ਗੱਲ ਕਰ ਗਿਆ ਰਫਾ ਦਫਾ। ਕੀ ਬਾਤ ਹੈ ਗਗਨ, ਜਦੋਂ ਇਦਾਂ ਦੇ ਗਾਉਣ ਗਾਉਂਦੇ ਆ ਨਾ ਤੁਸੀਂ, ਇੱਕ ਸੱਤਾ ਨਾਲ ਸਿੱਧੇ ਤੌਰ ਤੇ ਮੱਥਾ ਮਤੱਕਾ ਲਾਉਣ ਵਾਲੀ ਗੱਲ ਹੋ ਜਾਂਦੀ ਹੈ। ਤੇ ਜਦੋਂ ਸੱਤਾ ਨਾਲ ਮਤੱਕਾ ਲਾਉਣੇ ਆ ਨਾ ਤੁਸੀਂ, ਤੇ ਫਿਰ ਸੱਤਾ ਦੇ ਕੋਲ ਜ਼ਰੀਏ ਬਹੁਤ ਹੁੰਦੇ ਆ ਤੁਹਾਨੂੰ ਤੰਗ ਪਰੇਸ਼ਾਨ ਕਰਨ ਦੇ। ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋ,
ਪੜ੍ਹਦਿਆਂ ਵੇਲੇ ਕਈ ਤਰੀਕੇ ਦੀਆਂ ਦਿੱਕਤਾਂ ਵੀ ਆਉਂਦੀਆਂ ਨੇ। ਉੱਥੇ ਤਾਂ ਤੁਸੀਂ ਜੇ ਯੂਨੀਵਰਸਿਟੀ ਦੇ ਵਿੱਚ ਕੋਈ ਇਦਾਂ ਦੀ ਗਤੀਵਿਧੀ 'ਚ ਸ਼ਾਮਲ ਹੁੰਦੇ ਆ ਤੇ ਤੁਹਾਨੂੰ ਜਿਹੜੇ ਉੱਥੇ ਪ੍ਰਬੰਧਕ ਹੁੰਦੇ ਆ ਉਹੀ ਤੰਗ ਪਰੇਸ਼ਾਨ ਕਰਨ ਲੱਗ ਪੈਂਦੇ, ਕਿਤੇ ਨਾ ਕਿਤੇ ਚੇਤਾਵਨੀਆਂ ਦੇਣ ਲੱਗ ਪੈਂਦੇ ਆ। ਇਦਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਜਾਂ ਸੁਖਾਵਾਂ ਹੀ ਚੱਲਦਾ ਰਿਹਾ ਸਾਰਾ ਕੁਝ? ਨਹੀਂ, ਬਿਲਕੁਲ ਆਉਂਦੀਆਂ ਨੇ ਜੀ ਦਿੱਕਤਾਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਦਿੱਕਤਾਂ ਆਉਂਦੀਆਂ ਨੇ। ਜਦੋਂ ਇਹ ਗੀਤ ਵੀ ਮੈਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇਹ ਗੀਤ ਲਿਖਿਆ ਸੀ ਤੇ ਗਾਇਆ ਸੀ ਇਹ ਗੀਤ, ਉਦੋਂ ਮੇਰੀ ਆਈਡੀ ਵੀ ਮਤਲਬ ਬੈਨ ਕਰਤੀ ਸੀਗੀ, ਬੰਦ ਕਰਤੀ ਸੀ ਇੱਕ ਟਾਈਮ ਲਈ ਮੇਰੀ ਆਈਡੀ। ਫਿਰ ਉਹ ਦੁਬਾਰਾ ਆਈਡੀ ਐਕਟਿਵ ਕਰਵਾਈ ਸੀਗੀ ਤੇ ਉਦੋਂ ਬਾਅਦ ਅਖਬਾਰ 'ਚ ਵੀ ਖਬਰਾਂ ਛਪੀਆਂ ਸੀਗੀਆਂ ਕਿ ਇਹਦਾ ਗੀਤ ਦਾ ਜਿਹੜਾ ਨਾਂ ਰੱਖਿਆ ਸੀ ਮੋਦੀ ਮਿਰਜ਼ਾ, ਤੇ ਉਹ ਗੀਤ ਦੀ ਜਿਹੜੀ ਵੀਡੀਓ ਸੀ ਉਹ ਵਾਇਰਲ ਹੋ ਗਈ ਸੀ ਫੇਸਬੁੱਕ ਤੇ, ਕਾਫੀ ਜ਼ਿਆਦਾ YouTube ਤੇ ਵੀ ਵਾਇਰਲ ਹੋ ਗਈ ਸੀ। ਤੇ ਮਤਲਬ ਇਦਾਂ ਦੀਆਂ ਦਿੱਕਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਲਗਾਤਾਰ, ਪਰ ਅਸੀਂ ਤਿਆਰ ਹਾਂ, ਸਾਡੇ ਕੋਲ ਜ਼ਰੀਏ ਹੈਗੇ, ਸਾਡੇ ਕੋਲ ਲੋਕ ਹੈਗੇ ਆਪਦੀ ਗੱਲ ਕਹਿਣ ਲਈ। ਵੱਡੀ ਗੱਲ ਇਹ ਆ, ਠੀਕ ਹੈ, ਜਿੱਥੇ ਸਾਡੇ ਲੋਕ ਨਾਲ ਆ, ਲੋਕਾਂ ਨਾਲੋਂ ਵੱਧ ਤਾਂ ਨਹੀਂ ਉਹ ਹੈਗੇ, ਅਫਸਰਸ਼ਾਹੀ ਲੋਕਾਂ ਨਾਲ ਵੱਧ ਤਾਂ ਨਹੀਂ ਹੈਗੀ, ਉਹ ਇੱਕ ਮਤਲਬ ਤਿਣਕਾ ਭਰ ਲੋਕ ਨੇ ਉਹ ਸਾਡੇ ਆਮ ਲੋਕਾਂ ਦੇ ਮੁਕਾਬਲੇ। ਇਸ ਕਰਕੇ ਜਿੱਥੇ ਸਾਡੇ ਕੋਲ ਲੱਖਾਂ ਲੋਕਾਂ ਦੀ ਤਾਕਤ ਜਿੱਥੇ ਸਾਡੇ ਪਿੱਛੇ ਖੜੀ ਆ, ਸਾਨੂੰ ਕਿਸੇ ਚੀਜ਼ ਦੀ ਡਰ ਹੀ ਨਹੀਂ ਹੁੰਦਾ, ਅਸੀਂ ਬਹੁਤ ਖੁੱਲ੍ਹ ਕੇ ਮਸਤ ਹੋ ਕੇ ਚੱਲਦੇ ਹਾਂ। ਭਵਿੱਖ ਦੇ ਬਾਰੇ ਕੁਝ ਵਿਉਂਤਬੰਦੀ ਕੀਤੀ ਹੋਈ ਹੈ ਕਿ ਪੜ੍ਹਨਾ ਆ ਬਣਨਾ ਆ, ਤੇ ਉਹ ਬਣਨ ਦੇ ਵਿੱਚ ਕਿਉਂਕਿ ਜੇ ਕੁਝ ਇਦਾਂ ਦਾ ਬਣਨਾ ਆ ਜਿਹੜਾ ਇਸ ਤੰਤਰ ਦੇ ਵਿੱਚ ਹੀ ਕਿਤੇ ਨਾ ਕਿਤੇ ਕੋਈ ਚੀਜ਼ ਪਈ ਹੈ, ਤੇ ਫਿਰ ਇਸ ਤੰਤਰ ਦੇ ਖਿਲਾਫ ਭੁਗਤਦੇ ਆ, ਤੁਸੀਂ ਉਸ ਜਗ੍ਹਾ ਤੇ ਪਹੁੰਚੋਗੇ ਕਿਵੇਂ? ਉਹ ਵਿਉਂਤਬੰਦੀਆਂ ਜਿਹੜੀਆਂ ਘੜੀਆਂ ਆ, ਤੁਹਾਨੂੰ ਲੱਗਦਾ ਕਿ ਉੱਥੋਂ ਤੱਕ ਪਹੁੰਚ ਪਾਓਗੇ? ਪਹਿਲਾਂ ਤਾਂ ਇਹ ਦੱਸ ਦਿਓ ਵਿਉਂਤ ਕਿਹੜੀ ਹੈ, ਬਣਨਾ ਕੀ ਹੈ, ਫਿਰ ਉਹਦੇ ਤੱਕ ਪਹੁੰਚਣ ਦੇ ਲਈ ਜਿਹੜਾ ਸੰਘਰਸ਼ ਕਰਨਾ ਪੈਣਾ ਉਹਦੇ ਨਾਲ ਕਿੱਦਾਂ ਨਜਿੱਠਣਾ? ਬਿਲਕੁਲ ਜੀ, ਦੇਖੋ ਬਣਨ ਬਣਾਉਣ ਵਾਲਾ ਤਾਂ ਸਾਡੇ ਮੂਹਰੇ ਮਸਲਾ ਹੀ ਨਹੀਂ ਹੈਗਾ ਹੈ ਨਾ। ਹਰ ਇੱਕ ਬੰਦਾ ਆਪਣੇ ਆਪ 'ਚ ਇੱਕ ਇਨਸਾਨ ਤਾਂ ਹੁੰਦਾ ਹੀ ਹੈ ਨਾ। ਇਨਸਾਨ ਬਣਨਾ ਸਭ ਤੋਂ ਔਖਾ ਹੈ ਮੇਰੇ ਹਿਸਾਬ ਨਾਲ। ਬੰਦਾ ਬਣਦਾ ਕੁਝ ਨਹੀਂ ਹੁੰਦਾ, ਉਹ ਇੱਕ ਹੀਰੋਇਜ਼ਮ ਜਿਹੜਾ ਹੈਗਾ ਨਾ ਉਹ ਆਪਦੇ ਮਨ 'ਚ ਪਿਆ ਹੁੰਦਾ ਸਾਡੇ ਵੀ ਬਣਨਾ, ਉਹ ਸਾਡੇ ਮਨ 'ਚ ਚੀਜ਼ ਪਈ, ਜੋ ਸਾਡੇ ਉਹ ਮਨ 'ਚ ਚੀਜ਼ ਹੀ ਨਹੀਂ ਹੈਗੀ। ਅਸੀਂ ਸਾਰਿਆਂ ਨੂੰ ਬਰਾਬਰ ਸਮਝਦੇ ਹਾਂ, ਅਸੀਂ ਇਨਸਾਨ ਆ, ਸਾਰੇ ਬਰਾਬਰ ਆ। ਤਾਂ ਸਾਡੇ ਬਣਨ ਬਣਾਉਣ ਵਾਲੀ ਗੱਲ ਤਾਂ ਪਹਿਲਾਂ, ਬਣਨ ਵਾਲਾ ਤਾਂ ਸ਼ਬਦ ਹੀ ਨਹੀਂ ਮਨ 'ਚ ਆਉਂਦਾ ਕਦੇ ਵੀ, ਬਣਨਾ ਮਤਲਬ ਹੈ ਨਾ। ਤਾਂ ਮਤਲਬ ਰੋਟੀ ਦੀ ਗੱਲ ਹੈ ਜਿਹੜੀ ਸਾਰੀ, ਰੋਟੀ ਕਿਤੋਂ ਵੀ ਕਮਾਈ ਜਾ ਸਕਦੀ ਹੈ ਨਾ। ਜਿੱਦਾਂ ਆਮ ਲੋਕ ਰੋਟੀ ਕਮਾਉਂਦੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਕੇ ਰੋਟੀ ਕਮਾਈ ਜਾ ਸਕਦੀ ਹੈ। ਹਾਂਜੀ, ਇਮਾਨਦਾਰੀ ਨਾਲ ਰੋਟੀ ਕਮਾਈ ਜਾ ਸਕਦੀ ਹੈ, ਕਿਸੇ ਵੀ ਕੋਈ ਵੀ ਕੰਮ ਕਰਕੇ, ਛੋਟਾ ਮੋਟਾ ਕੰਮ ਕੀਤਾ ਜਾ ਸਕਦਾ ਕੋਈ, ਹੈ ਨਾ, ਜਿਹਦੇ ਨਾਲ ਰੋਟੀ ਖਾਧੀ ਜਾ ਸਕਦੀ ਹੈ। ਬਾਕੀ ਜਿਹੜੀ ਕਲਾ ਹੈ ਉਹਦੇ ਪੱਖੋਂ ਤਾਂ ਕਦੇ ਇਦਾਂ ਦਾ ਸੋਚਿਆ ਨਹੀਂ। ਬਾਕੀ ਜਿਹੜੀ ਗੱਲ ਤੁਸੀਂ ਕੈਮਰੇ ਦੀ ਕੀਤੀ ਸੀਗੀ ਕਿ ਮਤਲਬ TV ਚੈਨਲ ਵਾਲਾ ਜਾਂ ਕੈਮਰੇ ਤੇ ਤੁਹਾਨੂੰ ਕੰਮ ਕਰਨ ਲਈ ਜੇ ਮਿਲਦਾ ਹੈ ਨਾ, ਤਾਂ ਮਤਲਬ ਕੈਮਰੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ। ਜੇ ਸਾਡੀ ਹਾਂ ਜੇ ਕੈਮਰੇ ਰਾਹੀਂ ਸਾਡੀ ਸਹੀ ਗੱਲ ਜਾਂਦੀ ਹੈ ਤਾਂ ਸਾਡੀ ਕੋਈ ਦੁਸ਼ਮਣੀ ਨਹੀਂ। ਅਸੀਂ ਵੀ ਚਾਹੁੰਦੇ ਹਾਂ ਵੀ ਉਹ ਕੈਮਰਾ ਜਿਹੜਾ ਹੈ ਉਹਦੇ ਤੇ ਸਹੀ ਗੱਲ ਆਵੇ, ਉਹਦੇ ਤੇ ਲੋਕਾਂ ਦੀ ਗੱਲ ਆਵੇ, ਉਹਦੇ ਤੇ ਸਾਹਿਤਕ ਚੀਜ਼ਾਂ ਆਉਣ, ਉਹਦੇ 'ਚ ਉਹ ਚੀਜ਼ਾਂ ਆਉਣ ਜਿਹੜੀਆਂ ਲੋਕਾਂ ਨੂੰ ਸੇਧ ਦੇਣ। ਅਸੀਂ ਇਹ ਗੱਲ ਚਾਹੁੰਦੇ ਹਾਂ, ਇਸ ਕਰਕੇ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ। ਜੇ ਅਸੀਂ ਚੰਗੀ ਗੱਲ ਉਹਦੇ ਥਰੂ ਜਾਂਦੀ ਹੈ ਸਾਡੀ, ਤਾਂ ਅਸੀਂ ਜ਼ਰੂਰ ਵਰਤਾਂਗੇ ਉਹਨੂੰ। ਇੱਕ ਚੀਜ਼ ਹੋ ਰਿਹਾ, ਬੱਸਾਂ 'ਚ ਸਫ਼ਰ ਕੀਤਾ ਹੋਏਗਾ ਤੁਸੀਂ, ਖੂਬ ਕੀਤਾ ਹੋਏਗਾ। ਜੇ ਵਿਦਿਆਰਥੀ ਤੇ ਵਿਦਿਆਰਥੀ ਨੇ ਕਦੇ ਬੱਸ 'ਚ ਸਫ਼ਰ ਨਾ ਕੀਤਾ ਹੋਵੇ ਤਾਂ ਵਿਦਿਆਰਥੀ ਜੀਵਨ ਜਿਉਣ ਦਾ ਹੀ ਕੋਈ ਫਾਇਦਾ ਨਹੀਂ ਆ। ਬੱਸਾਂ ਦੇ ਵਿੱਚ ਪਹਿਲਾਂ ਗੀਤ ਬਹੁਤ ਸਾਰੇ ਵੱਜਦੇ ਸੁਣੇ ਹੋਣਗੇ, ਖੁੰਦਕ ਚੜ੍ਹੀ ਆ ਉਹਨਾਂ ਗੀਤਾਂ ਨੂੰ ਸੁਣ ਕੇ ਕਿ ਆ ਕੀ ਗਾਈ ਜਾਂਦੇ ਆ ਸਾਡੇ ਕਲਾਕਾਰ, ਕਿਹੜੇ ਪਾਸੇ ਨੂੰ ਸਾਡੀ ਗਾਇਕੀ ਸਾਡੀ ਗੀਤਕਾਰੀ ਤੁਰੀ ਹੋਈ ਆ। ਤੇ ਫਿਰ ਕਿਤੇ ਡਰਾਈਵਰ ਨਾਲ ਜਾਂ ਕੰਡਕਟਰ ਨਾਲ ਥੋੜ੍ਹਾ ਜਿਹਾ ਉਹਦੇ ਨਾਲ ਵੀ ਗੱਲ ਕੀਤੀ ਆ ਕਿ ਭਾਈ ਜਾਂ ਇਹਨੂੰ ਬੰਦ ਕਰ ਦਿਓ ਜਾਂ ਕੋਈ ਚੱਜ ਦੀ ਚੀਜ਼ ਲਾ ਲਓ? ਹੋਇਆ ਹੀ ਇੱਦਾਂ 1-2 ਵਾਰ, ਕਈ ਵਾਰੀ ਲੜਾਈ ਵੀ ਹੋਈ ਹੈ, ਕਈ ਵਾਰੀ ਜਿੱਦਾਂ ਗੀਤਾਂ ਦੀ ਵੀ ਗੱਲ ਛੱਡੋ ਤੁਸੀਂ, ਕਈ ਵਾਰੀ ਜੇ ਬੱਸਾਂ 'ਚ ਆਮ ਤੌਰ 'ਤੇ ਛੇੜਛਾੜ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹੈ ਨਾ, ਤਾਂ ਉਹਦੇ ਪਿੱਛੇ ਜ਼ਿਆਦਾ ਲੜਾਈ। ਗੀਤਾਂ 'ਤੇ ਇੰਨਾ ਨਹੀਂ ਹੁੰਦਾ ਕਿਉਂਕਿ ਗੀਤ ਗਾਉਣ ਵਾਲੇ ਨੇ ਗਾਤਾ, ਪਰ ਜਦੋਂ ਕੋਈ ਇੱਦਾਂ ਦੀ ਘਟਨਾ ਹੁੰਦੀ ਹੈ ਅਸਲ 'ਚ ਉਹਦੇ 'ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਵੀ ਕੋਈ ਛੇੜਛਾੜ ਦੀ ਜਦੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਆ। ਤਾਂ ਬਾਕੀ 1-2 ਵਾਰੀ ਕਰਵਾਏ ਵੀ ਨੇ ਬੰਦ ਕਹਿ ਕੇ। ਉਹ ਵੈਸੇ ਕਹਿੰਦੇ ਵੀ ਹੋਣਗੇ ਨਿੱਕੀ ਜੀ ਜਾਨ ਜਿਹੜੀ ਆ ਉਹ ਕਿੱਡੇ ਵੱਡੇ ਪੰਗੇ ਲੈਂਦੀ ਆ। ਪਰ ਹੁਣ ਜਦੋਂ ਦੇਖਦੇ ਆ, ਮੈਂ ਜਦੋਂ ਹੁਣ ਪੰਜਾਬੀ ਗਾਇਕੀ ਨੂੰ ਦੇਖਦਾ, ਮੈਂ ਖੁਦ ਆਲੋਚਕ ਰਿਹਾ ਉਹਨਾਂ ਚੀਜ਼ਾਂ ਦਾ ਜਿਹੜੀਆਂ ਸਾਡੇ ਸਮਾਜ ਲਈ ਠੀਕ ਨਹੀਂ ਆ। ਹੁਣ ਗਾਇਕ ਜਿਹੜੇ ਆ ਇਸ ਅੰਦੋਲਨ ਦੇ ਗੀਤ ਗਾ ਰਹੇ ਨੇ, ਉਹਦੇ ਪਿੱਛੇ ਉਹਨਾਂ ਦਾ ਮਨੋਰਥ ਕੀ ਹੈ ਕੀ ਨਹੀਂ ਆ? ਉਹ ਤੁਰਨਾ ਚਾਹੁੰਦੇ ਆ, ਉਹਨਾਂ ਦੀ ਮਜਬੂਰੀ ਆ, ਜਾਂ ਉਹਨਾਂ ਨੂੰ ਲੱਗਦਾ ਕਿ ਇਸ ਸਮੇਂ ਦੀ ਲੋੜ ਹੈਗੀ ਸਾਨੂੰ ਇੱਧਰ ਗਾਉਣਾ ਚਾਹੀਦਾ? ਹੁਣ ਜਿਹੜੀ ਗਾਇਕੀ ਆ ਰਹੀ ਹੈ ਇਸ ਸਮੇਂ, ਚਰਚਿਤ ਗਾਇਕ, ਮੁੱਖ ਧਾਰਾ ਦੇ ਗਾਇਕ ਅੰਦੋਲਨ ਦੇ ਗੀਤ ਗਾ ਰਹੇ ਆ ਔਰ ਉਹਨਾਂ ਦੇ ਗੀਤ ਬੈਨ ਵੀ ਹੋ ਰਹੇ ਆ, YouTube ਤੇ ਉਡਾਏ ਵੀ ਜਾ ਰਹੇ ਆ। ਲੱਗਦਾ ਕਿ ਇੱਕ ਵਾਰੀ ਫਿਰ ਉਹ ਲੀਹ ਤੇ ਆ ਰਹੀ ਆ, ਸਾਡੀ ਗਾਇਕੀ ਸਾਡੀ ਕਲਾਕਾਰੀ ਲੀਹ ਤੇ ਆ ਰਹੀ ਆ ਔਰ ਇਦਾਂ ਹੀ ਹੋਣਾ ਚਾਹੀਦਾ? ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਜੀ। ਸ਼ਾਇਦ ਮੈਨੂੰ ਇਹ ਲੱਗਦਾ ਕਿ ਉਹ ਆ ਨਹੀਂ ਰਹੇ ਲੀਹ ਤੇ, ਲੋਕ ਲਹਿਰ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਲੀਹ ਤੇ ਲਿਆਉਣ ਲਈ। ਇਹ ਲੋਕ ਸੰਘਰਸ਼ ਦੀ ਦੇਣ ਆ ਕਿ ਉਹਨਾਂ ਨੂੰ ਮਜਬੂਰ ਹੋਣਾ ਪਿਆ
ਕਿ ਜੇ ਉਹ ਨਹੀਂ ਹੱਕ 'ਚ ਖੜਦੇ ਸੀ, ਕਿਉਂਕਿ ਜਿਹੜੇ ਗੀਤ ਪਹਿਲਾਂ ਆ ਰਹੇ ਸੀਗੇ ਜੇ ਜੱਟਵਾਦ ਨੂੰ ਲੈ ਕੇ ਜਾਂ ਜਿਹੋ ਜਿਹੇ ਗੀਤ ਪਹਿਲਾਂ ਆ ਰਹੇ ਸੀ ਉਹ ਹਕੀਕਤ ਤੋਂ ਬਿਲਕੁਲ ਟੁੱਟੇ ਹੋਏ ਸੀਗੇ। ਜਦੋਂ ਹਕੀਕਤ ਤੇ ਜ਼ਮੀਨੀ ਹਕੀਕਤ ਤੇ ਸੰਘਰਸ਼ ਚੱਲ ਰਿਹਾ, ਜ਼ਮੀਨ ਦੀ ਲੋਕ ਲੜਾਈ ਲੜ ਰਹੇ ਨੇ, ਤਾਂ ਜੇ ਉਹ ਉਸ ਚੀਜ਼ ਤੋਂ ਟੁੱਟਦੇ ਸੀ ਤਾਂ ਉਹਨਾਂ ਦੀ ਆਪਦੀ ਨਿਖੇਧੀ ਸੀ ਇਸ ਗੱਲ 'ਚ, ਉਹਨਾਂ ਦੀ ਆਪਦੀ ਬੇਇੱਜ਼ਤੀ ਹੋਣੀ ਸੀ ਇਸ ਗੱਲ 'ਚ, ਤਾਂ ਲੋਕ ਲਹਿਰ ਨੇ ਮਜਬੂਰ ਕੀਤਾ ਉਹਨਾਂ ਨੂੰ ਆਉਣ ਲਈ, ਇਸ ਕਰਕੇ ਉਹ ਲੋਕ ਆਏ। ਲੋਕ ਇਹ ਵੀ ਪੁੱਛਣ ਲੱਗ ਪਏ ਸੀਗਾ ਕਿ ਭਾਈ ਤੁਸੀਂ ਸਾਡੇ ਤੋਂ ਕਮਾਈ ਕਰਦੇ ਹੋ, ਜੇ ਸਾਡੀ ਗੱਲ ਨਹੀਂ ਕਰਦੇ ਤਾਂ ਫਿਰ ਤੁਸੀਂ ਖੜੇ ਕਿੱਥੇ ਹੋ, ਫਿਰ ਭਵਿੱਖ 'ਚ ਅਸੀਂ ਸੋਚਾਂਗੇ ਤੁਹਾਨੂੰ ਆਪਣੇ ਵਿਆਹ ਸਮਾਗਮਾਂ 'ਚ ਸੱਦਣਾ ਜਾਂ ਨਹੀਂ ਸੱਦਣਾ। ਇਹੀ ਧਰਮਿੰਦਰ ਮਸਾਣੀ ਜੀ ਸਵਾਲ ਤੁਹਾਡੇ ਨਾਲ ਵੀ ਆ ਕਿ ਗਾਇਕੀ ਜਿਹੜੀ ਹੁਣ ਬਦਲਾਅ ਆਇਆ ਆ, ਇੱਦਾਂ ਲੱਗਦਾ ਕਿ ਇੱਕਦਮ ਹੀ ਯੁੱਗ ਪਲਟ ਕੇ ਗਿਆ ਪੰਜਾਬੀ ਗਾਇਕੀ ਦਾ, ਕਿ ਬਦਲ ਗਿਆ, ਉਹੀ ਜਿਹੜਾ ਪਹਿਲਾਂ ਗਾਉਣ ਗਾਉਂਦੇ ਹੁੰਦੇ ਸੀ ਤੇ ਕੁਝ ਹੋਰ ਰੰਗ ਨਜ਼ਰ ਆਉਂਦਾ ਸੀ, ਅੱਜ ਕ੍ਰਾਂਤੀ ਦਾ ਰੰਗ ਉਹਨਾਂ 'ਚ ਨਜ਼ਰ ਆਉਂਦਾ। ਬਾਈ ਜੀ ਸਾਡੀ ਆ ਛੋਟੀ ਭੈਣ ਨੇ ਬੜੀ ਪਿਆਰੀ ਗੱਲ ਕੀਤੀ ਆ, ਆਪਾਂ ਸਾਰੇ ਭਰਾ ਬੈਠੇ ਆ ਕਿ ਮਜਬੂਰ ਹੋ ਰਹੇ ਨੇ ਕਲਾਕਾਰ। ਇਹਦੇ ਵਿੱਚ ਬਹੁਤ ਵੱਡਾ ਇੱਕ ਸੱਚ, ਕੌੜਾ ਸੱਚ ਲੁਕਿਆ ਹੋਇਆ ਹੈ, ਠੀਕ ਹੈ ਜੀ। ਬਾਕੀ ਰਹਿ ਗਈ ਗੱਲ ਬਾਈ ਜੀ, ਕੋਈ ਸਮਾਂ ਹੁੰਦਾ ਸੀ ਜਦੋਂ ਸੰਤ ਰਾਮ ਉਦਾਸੀ ਗਾਉਂਦਾ ਹੁੰਦਾ ਸੀ, ਕੋਈ ਸਮਾਂ ਆਉਂਦਾ ਹੁੰਦਾ ਸੀ ਜਦੋਂ ਜੈਮਲ ਸਿੰਘ ਪੱਡਾ ਗਾਉਂਦਾ ਹੁੰਦਾ ਸੀ, ਅਸੀਂ ਉਹਨਾਂ ਰਾਹਾਂ ਦੇ ਧਾਰਨੀ ਆ। ਬਾਕੀ ਬਾਈ ਜੀ ਅੱਜ ਕੱਲ ਜੋ ਗਾਇਕੀ ਹੈਗੀ ਹੈ ਇਹ ਵੀ ਇੱਕ ਰਾਜਨੀਤੀ ਹੈ ਬਾਈ ਜੀ, ਬੜੀਆਂ ਲੰਮੀਆਂ ਵਿਚਾਰਾਂ ਨੇ, ਵੱਡੀਆਂ ਗੱਲਾਂ ਆਪਾਂ ਜ਼ਿਆਦਾ ਨਹੀਂ ਗੰਭੀਰ ਦੇ ਵਿੱਚ, ਪਰ ਹਾਂ ਇੱਕ ਚੰਗਾ ਸੰਦੇਸ਼ ਕੀ ਆ ਕਿ ਜਿਹੜੇ ਮੁੰਡੇ ਨਵੇਂ ਸਿੰਗਰ ਆ ਰਹੇ ਨੇ, ਅੱਗੇ ਹੁੰਦੇ ਸੀ ਵੀ ਕੋਈ ਨਵਾਂ ਸਿੰਗਰ ਆਇਆ, ਕੋਈ ਅਸ਼ਲੀਲ ਗਾਣਾ ਗਾਇਆ ਜਾਂ ਕੋਈ ਵੀਡੀਓ ਬਣਾਈ, ਚਲੋ ਜੀ ਚੈਨਲ ਤੇ ਪਾਤਾ। ਅੱਜ ਕੱਲ ਨਵੇਂ ਕੁਝ ਇਦਾਂ ਦੇ ਵੇਦਨਾ ਭਰਪੂਰ ਸਿੰਗਰ ਉੱਠ ਰਹੇ ਨੇ ਜਿਹੜੇ ਸਿਰਫ ਕਿਸਾਨ, ਯਾਰ ਇੱਕ ਹਾਜ਼ਰੀ ਲਵਾਉਣੀ ਕਿਸਾਨ ਸੰਘਰਸ਼ ਦੇ ਵਿੱਚ, ਚਲੋ ਗਾਉਣ ਦਾ ਸ਼ੌਕ ਆ, ਚਲੋ ਯਾਰ ਇੱਕ ਗਾਣਾ ਕਿਸਾਨ ਸੰਘਰਸ਼ ਦੇ ਗਾਉਣੇ। ਹਾਂ ਇਹ ਬਦਲ ਜ਼ਰੂਰ ਦਿੱਤਾ ਹੈ ਕਿ ਨੌਜਵਾਨਾਂ ਦੇ ਮੱਥਿਆਂ ਦੇ ਵਿੱਚ ਪ੍ਰਸ਼ਨ ਚਿੰਨ੍ਹ ਦਾ ਥੋੜਾ ਜ਼ਰੂਰ ਵੱਜਿਆ ਹੈ ਕਿ ਬਈ ਹਾਂ ਬਈ ਤੁਸੀਂ ਕਿੱਥੇ ਖੜੇ ਹੋ, ਠੀਕ ਹੈ ਨਾ। ਔਰ ਜੇ ਤੁਸੀਂ ਚੁੱਪ ਹੋ ਤਾਂ ਚੁੱਪ ਦੀਆਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਣੀ ਆ। ਤੁਸੀਂ ਬੋਲੋ, ਤੁਸੀਂ ਬੋਲੋ, ਤੁਹਾਡੇ ਕੋਲ ਕੋਈ ਵੀ ਜਰੀਆ, ਤੁਹਾਡੇ ਕੋਲ ਸਿੰਗਿੰਗ ਦਾ ਜਰੀਆ, ਤੁਹਾਡੇ ਕੋਲ ਆਰਟ ਦਾ ਆ, ਤੁਸੀਂ ਪਲੇ ਕਰਦੇ ਹੋ, ਕੁਝ ਵੀ ਆ, ਤੁਸੀਂ ਬੋਲੋ। ਹਾਂਜੀ ਜਿਹੜਾ ਤੁਹਾਡਾ ਮੂਲ ਸਵਾਲ ਹੈ ਕਿ ਜਿਹੜੇ ਕਲਾਕਾਰ ਅੱਜ ਦੇ ਇਸ ਸੰਘਰਸ਼ ਦੇ ਨਾਲ, ਹਾਂਜੀ ਬਿਲਕੁਲ ਬਾਈ ਜੀ ਬਹੁਤ ਵੱਡਾ ਇਨਕਲਾਬ ਆਇਆ ਹੈ ਇਹਦੇ ਵਿੱਚ। ਕੁਝ ਸਿੰਗਰ ਅਜਿਹੇ ਨੇ ਜਿਨ੍ਹਾਂ ਦੇ ਵਿੱਚ, ਚਲੋ ਮੈਂ ਨਾਂ ਨਹੀਂ ਲੈਂਦਾ, ਕਮਰ ਬਾਈ ਹੈ ਸਾਡਾ, ਹਰਫ ਚੀਮਾ ਹੈਗਾ ਆ, ਬੜਾ ਰੂਹ ਤੋਂ ਆਪਣੇ ਸੰਘਰਸ਼ ਦੇ ਵਿੱਚ ਸ਼ਾਮਲ ਨੇ, ਪਰ ਬਹੁ ਗਿਣਤੀ ਚਲੋ ਹੈਗੀ ਹੈ, ਔਰ ਨਵੇਂ ਵੀ ਮੁੰਡੇ ਆ ਰਹੇ ਨੇ ਜੀ। ਮੈਂ ਸਮਝਦਾ ਕਿ ਸਾਡੇ ਲਈ ਚੰਗਾ ਸੰਦੇਸ਼ ਹੈ, ਇਹ ਜਥੇਬੰਦੀ ਲਈ, ਮੋਰਚੇ ਦੇ ਲਈ ਚੰਗਾ ਸੰਕੇਤ, ਇਸ ਸੰਘਰਸ਼ ਦੇ ਲਈ ਚੰਗਾ ਸੰਕੇਤ ਹੈ ਜੀ। ਬਿਲਕੁਲ, ਕਿਉਂਕਿ ਉਹਨਾਂ ਦੇ ਇਸ ਯੋਗਦਾਨ ਨੂੰ ਵੀ ਨਹੀਂ ਆਪਾਂ ਕਿਨਾਰੇ ਤੇ ਕਰ ਸਕਦੇ ਕਿ ਉਹਨਾਂ ਚਰਚਿਤ ਗਾਇਕਾਂ ਨੇ ਗੀਤ ਗਾਏ ਤੇ ਲੋਕਾਂ ਦੇ ਵਿਆਹ ਸਮਾਗਮਾਂ 'ਚ ਵੱਜਣੇ ਸ਼ੁਰੂ ਹੋ ਗਿਆ, ਉਹ ਡੀਜੇ ਤੇ ਵੱਜਣੇ ਸ਼ੁਰੂ ਹੋ ਗਿਆ, ਜਾਗੋ ਤੇ ਵੱਜਣੇ ਸ਼ੁਰੂ ਹੋ ਗਿਆ। ਲੋਕਾਂ ਦੇ ਗਾਉਣ ਔਰ ਗਾਉਣ ਦੇ ਉੱਤੇ ਨੱਚਣ ਗਾਉਣ ਦਾ ਤਰੀਕਾ ਜਿਹੜਾ ਉਹ ਬਿਲਕੁਲ ਬਦਲ ਗਿਆ, ਇਹ 'ਚ ਕੋਈ ਸ਼ੱਕ ਨਹੀਂ ਆ। ਇਸੇ ਕਰਕੇ ਕਹਿੰਦੇ ਕਿ ਯੁੱਗ ਪਲਟਾਊ ਇੱਕ ਤਰੀਕੇ ਨਾਲ ਹੋ ਗਈ। ਤੁਸੀਂ ਜ਼ਿਕਰ ਛੇੜਿਆ ਆ ਕਿ ਜਿਹੜਾ ਆ ਉਹ ਚੁੱਪ ਤੁਹਾਡੀ ਜਿਹੜੀ ਆ ਉਹ ਕਿਤੇ ਨਾ ਕਿਤੇ ਹਥੌੜਾ ਮਾਰੇਗੀ, ਉਹਦੀ ਕੀਮਤ ਚੁਕਾਉਣੀ ਪੈਗੀ। ਜਿੱਥੇ ਚੁੱਪ ਦੀ ਕੀਮਤ ਚੁਕਾਉਣੀ ਪੈਂਦੀ ਹੈ ਉੱਥੇ ਸੱਚ ਦੀ ਕੀਮਤ ਵੀ ਜਿਹੜੀ ਆ ਚੁਕਾਉਣੀ ਪੈਂਦੀ ਆ। ਕੀਮਤ ਤਾਂ ਫਿਰ ਉਹਦੀ ਵੀ ਚੁਕਾਉਣੀ ਪੈਂਦੀ ਹੈ। ਤੇ ਲੱਗਦਾ ਕਿ ਇਸ ਵੇਲੇ ਹਰ ਕਲਾਕਾਰ ਕਲਾ ਨੂੰ ਪਰਣਾਇਆ ਹੋਇਆ, ਚਾਹੇ ਉਹ ਚਿੱਤਰਕਾਰੀ ਕਰਦਾ ਆ, ਚਾਹੇ ਉਹ ਗਾਇਕੀ ਦੇ ਵਿੱਚ, ਚਾਹੇ ਗੀਤਕਾਰੀ ਦੇ ਵਿੱਚ, ਤੇ ਚਾਹੇ ਕਲਾ ਦਾ ਕੋਈ ਹੋਰ ਸਾਧਨ, ਕੋਈ ਹੋਰ ਵਿਧਾ ਆ, ਉਹ ਇਸ ਚੀਜ਼ ਲਈ ਤਿਆਰ ਆ ਕਿ ਜੇ ਮੈਨੂੰ ਇਹਦੇ ਲਈ ਆ ਕੀਮਤ ਚੁਕਾਉਣੀ ਪਈ ਤਾਂ ਮੈਂ ਤਿਆਰ ਆ। ਹਾਂਜੀ ਬਹੁਤ ਗਿਣਤੀ ਤਿਆਰ ਹੈ ਜੀ। ਬਹੁ ਗਿਣਤੀ ਕਹਿਣ ਦਾ ਮਤਲਬ ਸੰਘਰਸ਼ ਦੇ ਵਿੱਚ ਬਿਲਕੁਲ ਅੱਜ ਜੋ ਚੱਲ ਰਿਹਾ ਹੈ, ਜੰਗ ਦਾ ਮੈਦਾਨ ਬਣਿਆ ਹੋਇਆ ਆ, ਜਿਹੜਾ ਹੱਕਾਂ ਦੀ ਜੰਗ ਹੈ, ਇਹ ਕੋਈ ਜੰਗ ਇਦਾਂ ਨਹੀਂ ਕੋਈ ਡਾਂਗਾਂ ਤਲਵਾਰਾਂ ਚੱਲਦੀਆਂ, ਉਹ ਜੰਗ ਕੋਈ ਸਾਡਾ ਲੈਣਾ ਦੇਣਾ ਨਹੀਂ। ਦੇਖੋ ਇਹ ਹੱਕਾਂ ਦੀ ਜੰਗ ਹੈ ਜੀ, ਰਾਈਟਸ ਜਿਹੜੇ ਸਾਨੂੰ ਅੱਜ ਤੋਂ ਸਾਨ ਫਰਾਂਸਿਸਕੋ ਦੇ ਵਿੱਚ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਇੱਕ ਜੰਗ ਹੋਈ ਸੀ ਕਿ ਜਿਹੜੀ 12 ਘੰਟੇ ਦੀ ਦਿਹਾੜੀ ਸੀ ਮਜ਼ਦੂਰ ਦੀ, ਉਹ 8 ਘੰਟੇ ਇੱਕ ਖੂਨੀ ਸੰਘਰਸ਼ ਤੋਂ ਬਾਅਦ ਮਿਲੀ ਸੀ ਸਾਨੂੰ। ਦੇਖੋ ਤੁਸੀਂ ਉਹ ਹੁਣ ਉਹ ਫੇਰ ਉਹੀ ਸਿਸਟਮ ਅੱਜ ਤੋਂ ਸੈਂਕੜੇ ਸਾਲ ਕਹਿਣ ਦਾ ਮਤਲਬ ਇਹ ਆ ਬਾਈ ਜੀ ਕਿ ਜਿੰਨੇ ਵੀ ਆਰਟਿਸਟ ਲੋਕ ਨੇ, ਜਿੰਨੇ ਵੀ ਕਲਾਕਾਰ ਲੋਕ ਨੇ, ਉਹ ਬਿਲਕੁਲ ਖੁੱਲ੍ਹ ਕੇ ਆ ਰਹੇ ਨੇ ਜੀ। ਉਹਨਾਂ ਨੂੰ ਇਹ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਸਾਡੀ ਚੁੱਪ ਬਹੁਤ ਖਤਰਨਾਕ ਹੁੰਦੀ ਹੈ। ਪਾਸ਼ ਬਾਈ ਨੇ ਕਿਹਾ ਸੀ ਕਿ ਚੁੱਪ ਬਹੁਤ ਖਤਰਨਾਕ ਹੁੰਦੀ ਹੈ। ਸ਼ਾਇਦ ਅੱਜ ਦਾ ਕਲਾਕਾਰ, ਅੱਜ ਦਾ ਆਰਟਿਸਟ, ਅੱਜ ਦਾ ਕੋਈ ਵੀ ਥੀਏਟਰ ਨਾਲ ਸੰਬੰਧਿਤ ਆ, ਕਿਸੇ ਵੀ ਵਿਧਾ ਦੇ ਨਾਲ ਸੰਬੰਧਿਤ ਆ, ਸ਼ਾਇਦ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੇ ਅਸੀਂ ਚੁੱਪ ਰਵਾਂਗੇ ਤਾਂ ਸਾਡੇ ਦੋਤੇ ਪੜਤੋਤੇ ਜਿੰਨੇ ਵੀ ਹੋਗੇ ਉਹ ਫਿਰ ਉਸੇ ਤਰੀਕੇ ਦੇ ਨਾਲ ਨੇਜਿਆਂ ਦੇ ਵਿੱਚ ਵੀ ਟੰਗੇ ਜਾ ਸਕਦੇ ਆ। ਕਿਉਂਕਿ ਜਦੋਂ ਜੇ ਦੇਖੋ ਜਿਹੜੀ ਇੱਕ ਮੈਂ ਹੁਣ ਆਊਟ ਆਫ ਸਿਲੇਬਸ, ਥੋੜ੍ਹਾ ਜਿਹਾ ਸਿਲੇਬਸ ਦੇ ਵਿੱਚ ਮੈਂ ਗੱਲ ਕਰਨਾ ਚਾਹਾਂਗਾ ਕਿ ਜੋ ਰੰਗਤ ਦੇਣੀ ਇਸ ਦੇਸ਼ ਨੂੰ ਚਾਹੁੰਦੇ ਆ, ਜੋ ਫਾਸ਼ੀਵਾਦੀ ਹਿਟਲਰ ਸ਼ਾਹੀ ਨਿਜ਼ਾਮ ਇਸ ਦੇਸ਼ ਨੂੰ ਰੰਗਤ ਦੇਣਾ ਚਾਹੁੰਦਾ ਆ, ਮੈਂ ਸਮਝਦਾ, ਮੇਰਾ ਨਿੱਜੀ ਵਿਚਾਰ ਹੋ ਸਕਦਾ ਮੇਰੇ ਨਾਲ ਕੋਈ ਨਾ ਸਹਿਮਤ, ਜੋ ਉਹ ਰੰਗਤ ਦੇਣਾ ਚਾਹੁੰਦੇ ਆ, ਜੋ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਮੁੱਦਾ, ਜੋ ਵੀ ਇਹ ਸਾਰਾ ਕੁਝ ਪਹਿਲਾਂ ਮਾਹੌਲ ਗਰਾਊਂਡ ਤਿਆਰ ਹੋਈ ਹੈ ਇਹਦੀ,
ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇੱਕ ਗਰਾਊਂਡ ਦਾ ਕਿੱਦਾਂ ਕਰਕੇ ST ਦਾ ਟੀਕਾ ਲਾ ਕੇ ਦੇਖਿਆ, ਕਿੰਨੀ ਕੁ ਇਹ ਸਟਰਗਲ ਕਰਦੇ, ਕਿੰਨਾ ਕੁ ਇਹ ਉਹ ਕਰਦੇ ਆ ਪ੍ਰੋਟੈਸਟ ਵਗੈਰਾ ਜਿੱਦਾਂ ਵੀ ਉਹ ਇੱਕ ਉਹਨੂੰ ਉਹਦੇ ਨੂੰ ਕੜੀ ਨੂੰ ਜੋੜ ਕੇ ਅਸੀਂ ਬਾਈ ਜੀ ਅਸੀਂ ਸਮਾਜ ਦੇ ਪੜ੍ਹੇ ਲਿਖੇ ਯੂਥ ਹਾਂ ਜੀ, ਅਸੀਂ ਉਹਨੂੰ ਚਿੰਤਨ ਕਰਦੇ ਹਾਂ ਉਸ 'ਚ ਵੀ ਕਿੱਦਾਂ ਇੱਥੇ ਤੱਕ ਕਿਸਾਨ ਉਸ ਤੋਂ ਬਾਅਦ CAA NRC NPR ਹੋਇਆ ਹੈ ਨਾ, ਦੇਖੋ ਤੁਸੀਂ ਕਿੱਦਾਂ ਕੜੀ ਇੱਥੇ ਤੱਕ ਪਹੁੰਚੀ। ਪਰ ਜਿਹੜੇ ਬੁੱਧੀਜੀਵੀ ਚਿੰਤਕ ਸੀ ਉਹਨਾਂ ਦੀ ਬਾਜ਼ ਅੱਖ ਉਹਦੇ ਤੇ ਸੀ ਕਿ ਚੁੱਪ ਦੀ ਕੀਮਤ ਦੇਣੀ ਪੈਣੀ ਆ। ਅੱਜ ਉਸੇ ਚੁੱਪ ਦੀ ਕੀਮਤ ਆਪਾਂ ਦੇ ਰਹੇ ਹਾਂ। ਫਿਰ ਵੀ ਖੁਸ਼ੀ ਦੀ ਗੱਲ ਇਹ ਆ ਕਿ ਬਾਈ ਜੀ ਆਪਾਂ ਫਾਈਟ ਦੇ ਵਿੱਚ ਆ ਔਰ ਮਰਦੇ ਦਮ ਤੱਕ ਫਾਈਟ ਦੇ ਵਿੱਚ ਰਵਾਂਗੇ। ਪਾਸ਼ ਕਹਿੰਦਾ ਸੀ ਨਾ ਕਿ ਪੁਲਿਸ ਦੀ ਕੁੱਟ ਇੰਨੀ ਖਤਰਨਾਕ ਨਹੀਂ ਹੁੰਦੀ, ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ। ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤੇ ਗਗਨ ਇਸ ਵੇਲੇ ਪ੍ਰਸਥਿਤੀਆਂ ਜਿਹੜੀਆਂ ਬਣੀਆਂ ਆ, ਕਿਸ ਨਜ਼ਰੀਏ ਨਾਲ ਦੇਖਦੇ ਹੋ? ਨੌਜਵਾਨ ਕਿੱਥੇ ਖੜਾ ਤੁਹਾਨੂੰ ਨਜ਼ਰ ਆਉਂਦਾ ਆ? ਨੌਜਵਾਨੀ ਦੇ ਵਿੱਚ ਕਿਹੜੀਆਂ ਤਬਦੀਲੀਆਂ ਤੁਹਾਨੂੰ ਨਜ਼ਰ ਆਉਂਦੀਆਂ ਕਿ ਪਹਿਲਾਂ ਦੇ ਮੁਕਾਬਲਤਨ ਇਸ ਅੰਦੋਲਨ ਨੇ ਕਿਹੜੀਆਂ ਤਬਦੀਲੀਆਂ ਉਸ ਨੌਜਵਾਨੀ ਦੇ ਵਿੱਚ ਲੈ ਕੇ ਆਂਦੀਆਂ? ਮੈਨੂੰ ਲੱਗਦਾ ਕਿ ਬਹੁਤ ਨੇੜਿਓਂ ਘੋਖਿਆ ਹੋਏਗਾ ਤੁਸੀਂ ਜਦੋਂ ਇਹਨਾਂ ਅੰਦੋਲਨਾਂ ਦੇ ਵਿੱਚ, ਧਰਨਿਆਂ ਦੇ ਵਿੱਚ ਨੌਜਵਾਨਾਂ ਨੂੰ ਦੇਖਦੇ ਹੋ ਤੇ ਜਦੋਂ ਆਮ ਆਸੇ-ਪਾਸੇ ਘੁੰਮਦੇ ਹੋਏ ਨੌਜਵਾਨਾਂ ਨੂੰ ਦੇਖਦੇ ਹੋ, ਕੀ ਲੱਗਦਾ ਕਿਹੜੀਆਂ ਤਬਦੀਲੀਆਂ ਤੁਸੀਂ ਮਹਿਸੂਸ ਕਰਦੇ ਹੋ? ਦੇਖੋ ਜੀ, ਇਹ ਸੰਘਰਸ਼ ਨੇ ਬਹੁਤ ਵੱਡੀ ਦੇਣ ਆ, ਬਹੁਤ ਵੱਡਾ ਚੇਂਜ ਲਿਆਂਦਾ ਯੂਥ ਦੇ ਵਿੱਚ, ਹੈ ਨਾ। ਯੂਥ ਦੇ ਵਿੱਚ ਪਹਿਲਾਂ ਮਤਲਬ ਇਦਾਂ ਦੀ ਐਸ਼ਪ੍ਰਸਤੀ ਵਾਲੀ ਹੀ ਗੱਲ ਹੁੰਦੀ ਸੀ ਜਾਂ ਕੁੜੀਆਂ ਮੁੰਡਿਆਂ ਵਾਲੀਆਂ ਹੀ ਗੱਲਾਂ ਹੁੰਦੀਆਂ ਸੀਗੀਆਂ, ਹੈ ਨਾ, ਤਾਂ ਮौज ਮਸਤੀ ਹੁੰਦੀ ਸੀ। ਪਰ ਅੱਜ ਜਿਹੜੀ ਇਹ ਧਰਨੇ ਨੇ ਮਤਲਬ ਜਿਹੜੀ ਕਿਸਾਨੀ ਸੰਘਰਸ਼ ਨੇ ਜਿਹੜੀ ਦੇਣ ਦਿੱਤੀ ਆ, ਤਾਂ ਅੱਜ ਯੂਥ ਦੇ ਵਿੱਚ ਜਦੋਂ ਗੱਲ ਹੁੰਦੀ ਆ ਤਾਂ ਉਹ ਪੋਲਿਟਿਕਸ ਤੇ ਹੁੰਦੀ ਆ। ਮਤਲਬ ਸਰਕਾਰਾਂ ਤੇ ਗੱਲਬਾਤ ਹੁੰਦੀ ਆ ਕਿ ਫਲਾਨਾ ਸਰਕਾਰ ਫਲਾਨੀ ਕਿਹੜੀ ਕੀ ਕਰ ਰਹੀ ਆ, ਕਿਹੜੀ ਕੀ ਕਰ ਰਹੀ ਆ, ਹੈ ਨਾ। ਉਹ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਨੇ ਵੀ ਉੱਥੇ ਕੀ ਚੱਲ ਰਿਹਾ ਹੁਣ। ਈਵਨ ਕਿ ਕਿਸਾਨ ਆਗੂਆਂ ਦੇ ਜਿੱਥੋਂ ਤੱਕ ਮਤਲਬ ਐਂ ਵੀ ਨਹੀਂ ਪਤਾ ਹੁੰਦਾ ਸੀ ਵੀ ਕਿਹੜੀਆਂ ਕਿਸਾਨੀਆਂ ਨੇ ਯੂਥ ਨੂੰ, ਤੇ ਅੱਜ ਉਹਨਾਂ ਨੂੰ ਇਹ ਵੀ ਪਤਾ ਕਿ ਕਿਹੜੀ ਜਥੇਬੰਦੀ ਦਾ ਕਿਹੜਾ ਆਗੂ ਆ। ਕਿਸਾਨੀ ਸੰਘਰਸ਼ ਦੇ ਸਾਰੇ ਆਗੂਆਂ ਦੇ ਉਹਨਾਂ ਨੂੰ ਕੱਲੇ ਦੇ ਨਾਂ ਪਤਾ। ਈਵਨ ਕਿ ਮੈਂ ਬੱਸ ਦੇ ਵਿੱਚ ਇੱਕ ਦਿਨ ਸਫ਼ਰ ਕਰ ਰਹੀ ਸੀ, ਉਹਦੇ ਵਿੱਚ ਬੱਸ ਦੇ ਵਿੱਚ ਡਰਾਈਵਰ ਤੇ ਕੰਡਕਟਰ, ਜਿੱਦਾਂ ਤੁਸੀਂ ਗੱਲ ਕਰੀ ਗਾਣੇ ਉਹ ਲੱਗੇ ਹੁੰਦੇ ਸੀ ਪਹਿਲਾਂ, ਉਹ ਵੀ ਚੇਂਜ ਕਿ ਉਹਨਾਂ ਦੇ ਵਿੱਚ ਵੀ ਉਹੀ ਗੱਲ ਚੱਲ ਰਹੀ ਸੀਗੀ ਕਿ ਫਲਾਨਾ ਕਿਸਾਨ ਆਗੂ ਫਲਾਨਾ, ਤੇ ਉਹ ਉੱਥੇ ਇਹ ਬੋਲਿਆ ਇੱਥੇ, ਮਤਲਬ ਉਹਨਾਂ ਦੇ ਵਿੱਚ ਬੱਸਾਂ ਦੇ ਵਿੱਚ ਵੀ ਮਤਲਬ ਹਰ ਇੱਕ ਜਗ੍ਹਾ ਤੇ ਡਿਸਕਸ਼ਨ ਦਾ ਜਿਹੜਾ ਵਿਸ਼ਾ ਆ ਉਹ ਲੋਕ ਲਹਿਰ ਬਣੀ ਹੋਈ ਆ। ਤੇ ਇਸ ਚੀਜ਼ ਨੇ ਮੈਨੂੰ ਯੂਥ ਦੇ ਵਿੱਚ ਬਹੁਤ ਵੱਡਾ ਜਿਹੜਾ ਚਿਣਗ ਲਾਈ ਆ, ਚਿਣਗੇ ਨੂੰ ਕਹਿ ਸਕਦੇ ਹਾਂ ਆਪਾਂ। ਹਜੇ ਲੜਾਈ ਖਤਮ ਨਹੀਂ ਹੋ ਗਈ, ਜਾਂ ਇਹ ਲੜਾਈ ਤੇ ਹੀ ਸਾਰਾ ਕੁਝ ਡਿਪੈਂਡ ਨਹੀਂ ਕਰਦਾ। ਹਜੇ ਇਹ ਸਮਝਣ ਦੇ ਜਿਹੜੇ ਅੱਗੇ ਬਹੁਤ ਕੁਝ ਪਿਆ, ਜਿਹੜਾ ਸਮਝਣਾ ਉਹਨਾਂ ਨੇ ਬਹੁਤ ਕੁਝ ਪਿਆ, ਜਿਹੜਾ ਵਿਦੇਸ਼ੀ ਕੰਪਨੀਆਂ ਦਾ ਉਹਨਾਂ ਨੇ ਸਟਰਕਚਰ ਸਮਝਣਾ, ਸਾਮਰਾਜ ਦਾ ਢਾਂਚਾ ਸਮਝਣਾ, ਉਹ ਬਹੁਤ ਕੁਝ ਪਿਆ। ਪਰ ਉਹਦੇ 'ਚ ਇੱਕ ਚਿਣਗ ਜ਼ਰੂਰ ਲਾਈ ਆ ਕਿ ਉਹ ਪੋਲਿਟਿਕਸ ਨੂੰ ਸਮਝਣ ਲੱਗੇ ਨੇ, ਉਹ ਸੋਚਣ ਲੱਗੇ ਨੇ ਕਿ ਹਾਂ ਇਹ ਸਾਡਾ ਆਪਦਾ ਮਸਲਾ ਆ, ਸਮਝਣ ਲੱਗੇ ਨੇ ਆਪਣਾ ਮਸਲਾ ਆ ਪੋਲਿਟਿਕਸ। ਕਦੀ ਅਸੀਂ ਕਹਿੰਦੇ ਆ ਕਿ ਅਸੀਂ ਰਾਜਨੀਤੀ ਨਹੀਂ ਕਰਦੇ। ਜਦੋਂ ਕੋਈ ਵਿਅਕਤੀ ਇਹ ਕਹਿੰਦਾ ਕਿ ਮੈਂ ਰਾਜਨੀਤੀ ਨਹੀਂ ਕਰਦਾ, ਤੇ ਇਹਦੇ ਵਿੱਚ ਵੀ ਉਹਦੀ ਆਪਣੀ ਇੱਕ ਤਰੀਕੇ ਦੀ ਰਾਜਨੀਤੀ ਹੁੰਦੀ ਆ ਕਿ ਉਹ ਰਾਜਨੀਤੀ ਨਹੀਂ ਕਰਨ ਦੀ ਗੱਲ ਕਰਦਾ, ਇਹ ਉਹਦੀ ਆਪਣੇ ਤਰੀਕੇ ਦੀ ਰਾਜਨੀਤੀ ਆ। ਔਰ ਜਦੋਂ ਸਾਡੀ ਨੌਜਵਾਨ ਪੀੜ੍ਹੀ ਪੋਲਿਟਿਕਸ ਨੂੰ ਸਮਝਣ ਲੱਗੇਗੀ, ਰਾਜਨੀਤੀ ਨੂੰ ਸਮਝਣ ਲੱਗੇਗੀ, ਤੇ ਮੈਨੂੰ ਲੱਗਦਾ ਹੈ ਕਿ ਚਾਹੇ ਮਸਲਾ ਸਮਾਜਿਕ ਹੋਵੇ, ਆਰਥਿਕ ਹੋਵੇ, ਜਾਂ ਫਿਰ ਕਿਸੇ ਵੀ ਖੇਤਰ ਨਾਲ ਜੁੜਿਆ ਹੋਵੇ, ਉਹਨਾਂ ਮਸਲਿਆਂ ਦੀ ਐਨ ਗਹਿਨ ਸੋਝੀ ਆ ਜਾਏਗੀ। ਤੇ ਜਦੋਂ ਕਲਾ ਨੂੰ ਪ੍ਰਣਾਏ ਹੋਏ ਲੋਕ ਇਹਨਾਂ ਅੰਦੋਲਨਾਂ ਦੇ ਵਿੱਚ ਨਜ਼ਰ ਆਉਂਦੇ ਨੇ, ਹੋ ਸਕਦਾ ਕਿ ਇਹਨਾਂ ਚਿਹਰਿਆਂ ਨੂੰ ਦੇਖ ਕੇ ਤੁਹਾਨੂੰ ਲੱਗੇ ਕਿ ਜਸਵੀਰ ਨੂੰ ਚਾਹੀਦਾ ਸੀਗਾ ਕਿ ਕਿਸੇ ਚਰਚਿਤ ਚਿਹਰੇ ਨੂੰ ਲੈ ਕੇ ਆਂਦਾ ਜਾਂਦਾ, ਕਿਸੇ ਵੱਡੇ ਕਲਾਕਾਰਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ TV ਚੈਨਲ ਦੇ ਰਾਹੀਂ ਸਾਨੂੰ ਦਿਖਾਉਣਾ ਚਾਹੀਦਾ। ਪਰ ਮੇਰਾ ਦਿਲ ਠਹਿਰਦਾ ਆ ਇੱਥੇ, ਮੈਂ ਮਹਿਸੂਸ ਕਰਦਾ ਹਾਂ ਕਿ ਇਹ ਚਿਹਰੇ, ਇਹ ਆਵਾਜ਼ਾਂ ਤੁਹਾਡੇ ਤੱਕ ਪਹੁੰਚਣੇ ਚਾਹੀਦੇ ਆ। ਇਹ ਨਾ ਤੁਸੀਂ ਸੋਚੋ ਕਿਤੇ ਕਿ ਸਿਰਫ TV ਚੈਨਲਾਂ ਦੇ ਉੱਤੇ ਵੀਡੀਓਜ਼ ਦੇ ਵਿੱਚ ਨਜ਼ਰ ਆਉਣ ਵਾਲੇ ਕਲਾਕਾਰ ਹੀ ਕਲਾਕਾਰ ਨੇ, ਤੇ ਜਿਹੜੇ ਧਰਨਿਆਂ ਦੇ ਵਿੱਚ ਜਾਂਦੇ ਨੇ ਸਿਰਫ ਨਾਅਰੇਬਾਜ਼ੀਆਂ ਕਰਨ ਵਾਲੇ ਲੋਕ ਹੁੰਦੇ ਆ। ਇਹ ਨਾਅਰੇਬਾਜ਼ੀਆਂ ਕਰਨ ਵਾਲੇ ਲੋਕ ਨਹੀਂ ਆ, ਬਲਕਿ ਇਹਨਾਂ ਧਰਨਿਆਂ ਦੇ ਵਿੱਚ ਵੀ ਕਲਾ ਕਿਤੇ ਨਾ ਕਿਤੇ ਬੈਠੀ ਹੈ। ਔਰ ਉਹ ਕਲਾ ਸਹੀ ਮਾਇਨਿਆਂ ਦੇ ਵਿੱਚ ਕਲਾ ਹੁੰਦੀ ਹੈ ਜਿਹੜੀ ਲੋਕਾਂ ਨੂੰ ਸਮਰਪਿਤ ਹੁੰਦੀ ਹੈ, ਨਿੱਜ ਦੇ ਨਾਲ ਸੰਬੰਧਿਤ ਨਹੀਂ ਹੁੰਦੀ। ਸੋ ਗਗਨ ਜੀ ਔਰ ਧਰਮਿੰਦਰ ਮਸਾਣੀ ਜੀ, ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਸਮਾਂ ਦਿੱਤਾ ਤੁਸੀਂ। ਔਰ ਉਮੀਦ ਰੱਖਦੇ ਹਾਂ ਤੁਹਾਨੂੰ ਇਹ ਗੱਲਬਾਤ ਲਾਜ਼ਮੀ ਤੌਰ ਤੇ ਜਿਹੜੀ ਉਹ ਪਸੰਦ ਆਏਗੀ, ਕਿਉਂਕਿ ਇਹ ਗੱਲ ਕਲਾ ਦੀ ਵੀ ਹੈ, ਇਹ ਗੱਲ ਲੋਕਾਂ ਦੀ ਵੀ ਹੈ, ਇਹ ਗੱਲ ਕਿਸੇ ਸੈਲੀਬ੍ਰਿਟੀ ਦੀ ਨਹੀਂ ਹੈ, ਇਹ ਗੱਲ ਕਿਸੇ ਚਰਚਿਤ ਚਿਹਰੇ ਦੀ ਨਹੀਂ ਹੈ। ਸੋ ਇਸੇ ਦੇ ਨਾਲ ਆਪਣੇ ਜਸਵੀਰ ਨੂੰ ਇਜਾਜ਼ਤ ਦਿਓ ਤੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਨੂੰ ਇਜਾਜ਼ਤ ਦਿਓ, ਤੇ ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।